श्री हर राय नमो कर जोरी नमो श्री हर कृष्ण मनाओ बहु तेग बहादुर परम वाहिगुरु परम कृपाला श्री गुरु गोबिंद सिंह बिसाला करो तरा पर पुन पुन सीसा वाहिगुरु पुन पुन सीसा बंदो बार बार जगदीसा एकंकार सतगुरु ते प्रसाद सच होए वाहिगुरु जी की फतेह बिघ्न विनाशन सोए जिस मह अमृत ज्ञान है मानक भगत वैराग गुरु ग्रंथ साहिब उदद बंदों कर अनुराग गुरु ग्रंथ साहिब उदद बंदों कर अनुराग सतनाम श्री वाहिगुरु साहिब जी दोहरा इम उत्सव मेला पयो हर क्यों सब परवार एक दिन बैठे मात टिग सतगुर मुक्ति उदार वाहिगुरु जी का खालसा वाहिगुरु जी की फतेह। तू सुल्तान कहा हो बियां तेरी कवन बढ़ाई जो तू देहे सो कहा स्वामी मैं मूर्ख कहण ना जाई तेरे गुण गावां देह बुझाई जैसे सच मैं रहो रजाई दसां पातशाहियां दी आत्मक जागदी जोत हाजरा हजूर सतगुरु श्री गुरु ग्रंथ साहिब जी महाराज जी दी छत्र छाया हेठ जुड़ बैठी गुरु की साजी और नवाजी हुई गुरु का खास रूप गुरु खालसा साध संगत धनता दे पात्र हो के नेता प्रति गुरु चरना च जुड़ के सतगुरां दी कल्याणकारी कथा बहुत ही अदब सत्कार श्रद्धा और भावना दे सहित आप जी सरवण कर रहे हो। मेरी पीरी दे मालक छेवें पातशाह जी महाराज जी दे वड्डे साहिबजादे साहिबजादा बाबा गुरदित्ता साहिब धन बाबा गुरदित्ता देन दुनी दा टिक्का जो वर मंगिया सो वर दिता। ऐसे महान तत्वेता महापुरख बाबा गुरदित्ता साहिब जी तिन्हां दी सगाई दी मर्यादा चली है। बटाले नगर दे रहण वाले गुरु घर दे सेवक भाई रामा जी जिन्हां दी धी राणी सपुत्री है माता अनंती जी छोटा नाम उन्हां दा माता नत्ती जी करके नेती जी करके प्रसिद्ध है। छेवें पातशाह नूं बेनती कीती महाराज मैं चाहुंदा हाँ कि अपनी धी नूं आप जी दे साहिबजादे बाबा गुरदित्ता साहब जी दे लड़ लावां। गुरुदेव ने भाई रामा जी का बहुत सत्कार किया। सगाई हुई बहुत खुशियां गुरु घर दे विच वजियां बधाइयां वजियां। माता गंगा जी ने माता दमोदरी जी माता मरवाई जी माता नानकी जी होना ने
ਬਹੁਤ ਸਾਰੀਆਂ ਖੁਸ਼ੀਆਂ ਮਨਾਈਆਂ, ਉਤਸਵ ਮਨਾਏ, ਲੱਡੂ ਵੰਡੇ ਗਏ, ਮੇਵੇ ਵਰਤਾਏ ਗਏ। ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਨਾਲ ਲੈ ਕੇ 6ਵੇਂ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਨਮਸਕਾਰ ਕੀਤੀ। ਕੜਾ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਕੀਤੀ। ਆਓ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਦੀਪਮਾਲਾ ਦਾ ਜੋੜ ਮੇਲਾ ਸੰਪੰਨ ਹੋਇਆ ਹੈ। ਸੰਗਤਾਂ ਆਪੋ ਆਪਣੇ ਘਰਾਂ ਨੂੰ ਵਿਦਾ ਹੋ ਰਹੀਆਂ ਹਨ। ਗੁਰੂ ਘਰ ਵਿੱਚ ਉਤਸਵ ਹੋ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ ਸਭੂ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮੋਤ ਸਭ ਮੇਲਾ ਪਇਓ ਹਰ ਕਿਓ ਸਭ ਪਰਵਾਰ। ਇਸ ਪ੍ਰਕਾਰ ਨਾਲ ਬੜੇ ਵੱਡੇ ਭਾਰੀ ਉਤਸਵ ਗੁਰੂ ਘਰ ਵਿੱਚ ਹੋਏ। ਦੀਪਮਾਲਾ ਦੇ ਜੋੜ ਮੇਲੇ ਮਨਾਏ ਗਏ। ਸਾਰੀਆਂ ਸੰਗਤਾਂ ਸਤਿਗੁਰਾਂ ਦੇ ਪਰਿਵਾਰ ਸਮੇਤ ਬਹੁਤ ਪ੍ਰਸੰਨ ਤੇ ਖੇੜੇ ਵਿੱਚ ਹਨ, ਕਿਉਂਕਿ ਇਸ ਵਾਰ ਦੁੱਗਣੀ ਖੁਸ਼ੀ ਹੈ। ਇੱਕ ਤਾਂ ਦੀਪਮਾਲਾ ਦੇ ਮੇਲੇ ਦੀਆਂ ਖੁਸ਼ੀਆਂ ਹਨ, ਦੂਸਰੀ ਖੁਸ਼ੀ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਸਗਾਈ ਹੋਈ ਹੈ। ਇਹ ਦੋਹਰੀਆਂ ਖੁਸ਼ੀਆਂ, ਦੋਹਰਾ ਆਨੰਦ ਗੁਰੂ ਘਰ ਵਿੱਚ ਵਰਤਿਆ ਹੈ। ਇੱਕ ਦਿਨ ਬੈਠੇ ਮਾਤ ਟਿਗ ਸਤਿਗੁਰ ਮੁਕਤੇ ਉਦਾਰ। ਦੀਪਮਾਲਾ ਦੇ ਮੇਲੇ ਦੀ ਸਮਾਪਤੀ ਤੋਂ ਬਾਅਦ ਕੁਝ ਦਿਨ ਫੁਰਸਤ ਦੇ ਪਲ ਸਨ। ਮਹਾਰਾਜ 6ਵੇਂ ਪਾਤਸ਼ਾਹ ਜੀ ਆਪਣੇ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਪਾਸ ਆ ਕੇ ਬੈਠੇ ਨੇ। ਐਸੇ ਸਤਿਗੁਰੂ ਜੋ ਆਪਣਿਆਂ ਸੇਵਕਾਂ ਨੂੰ, ਆਪਣਿਆਂ ਦਾਸਾਂ ਨੂੰ ਮੁਕਤੀ ਦਾ ਦਾਨ ਦੇ ਕੇ ਨਿਵਾਜਣ ਵਾਲੇ ਹਨ। ਚੌਪਈ ਸੁਨੋ ਪੁੱਤਰ ਕਿਸਨੀ ਕੀ ਥਾਈ। ਮਾਤਾ ਗੰਗਾ ਜੀ ਨੇ ਮੌਕਾ ਵੇਖ ਕੇ ਬੇਨਤੀ ਕੀਤੀ। ਆਖਿਆ, ਹੇ ਪੁੱਤਰ ਜੀ, ਹੇ ਲਾਲ ਜੀ, ਕੋਈ ਚੰਗਾ ਘਰ ਤੇ ਚੰਗਾ ਵਰ ਲੱਭੋ। ਹਾਂਜੀ, ਖੋਜ ਕਰੋ ਨਿਜ ਸੁਤਾ ਸਗਾਈ। ਆਪਣੀ ਧੀ ਰਾਣੀ ਬੀਬੀ ਵੀਰੋ ਦੀ ਸਗਾਈ ਵਾਸਤੇ ਕੋਈ ਵਰ, ਚੰਗਾ ਵਰ ਹੋਵੇ, ਘਰ ਹੋਵੇ, ਉਹਦੀ ਭਾਲ ਹੁਣ ਆਪਾਂ ਨੂੰ ਕਰਨੀ ਚਾਹੀਦੀ ਹੈ। ਬੀਬੀ ਵੀਰੋ ਦੀ ਜਿੱਥੇ ਆਪਾਂ ਸਗਾਈ ਕਰ ਸਕੀਏ, ਕੋਈ ਇਹੋ ਜਿਹਾ ਵਰ ਘਰ ਭਾਲੋ। ਇਹ ਕਾਰਜ ਵੀ ਕਰਬੇ ਜੋਗ, ਕਿਉਂਕਿ ਆਹ ਕੰਮ ਵੀ ਹੁਣ ਕਰਨ ਯੋਗ ਹੈ। ਇਹ ਕਾਰਜ ਹੁਣ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਪਠੋ ਕਿਤਕਪੁਰ ਲਾਗੀ ਲੋਗ, ਲਾਗੀ ਹੁੰਦੇ ਜਿਨ੍ਹਾਂ ਦਾ ਇਹ ਕੰਮ ਹੁੰਦਾ ਹੈ। ਚੰਗੇ ਵਰ ਘਰ ਦੀ ਭਾਲ ਕਰਨੀ, ਨਗਰਾਂ ਵਿੱਚ ਵਿਚਰ ਕੇ ਵੇਖਣਾ। ਤੋ ਆਪ ਦੀ ਲਾਗੀ ਭੇਜ ਛੱਡੋ ਨੇੜੇ ਤੇੜੇ ਨਗਰਾਂ ਵਿੱਚ, ਜਿੱਥੇ ਕੋਈ ਚੰਗਾ ਵਰ ਘਰ ਮਿਲੇ ਉੱਥੇ ਬੀਬੀ ਵੀਰੋ ਦੀ ਸਗਾਈ ਕਰ ਦਈਏ। ਜਾਂ ਬਿਲੋਕੇ ਭਲੋ ਠਿਕਾਨਾ, ਉਹ ਲਾਗੀ ਜਾਣਗੇ। ਜਿੱਥੇ ਕੋਈ ਭਲਾ ਟਿਕਾਣਾ ਉਹ ਵੇਖਣਗੇ, ਕੋਈ ਚੰਗਾ ਪਰਿਵਾਰ ਵੇਖਣਗੇ, ਗੁਰਸਿੱਖ ਪਰਿਵਾਰ ਵੇਖਣਗੇ, ਚੰਗਾ ਵਰ ਵੇਖਣਗੇ, ਉੱਥੇ ਉਹ ਜਾ ਕੇ ਰੋਕਾ ਲਾ ਦੇਣਗੇ। ਸੋ ਥਲ ਆਨ ਸੁਨਾਵੇ ਕਾਨਾ, ਉਹ ਆ ਕੇ ਫਿਰ ਆਪਾਂ ਨੂੰ ਦੱਸਣਗੇ ਕਿ ਜੀ ਮਹਾਰਾਜ ਫਲਾਣੇ ਨਗਰ ਵਿੱਚ ਫਲਾਣਾ ਵਰ ਘਰ ਅਸੀਂ ਵੇਖਿਆ। ਫਿਰ ਆਪਾਂ ਉਹਦੇ ਬਾਬਤ ਸੁਣਾਂਗੇ। ਸਾਮਿਗਰੀ ਸਭ ਬੰਦ ਕੀ ਜੀਤੀ, ਤੇ ਫਿਰ ਜਿੰਨੀ ਸੰਬੰਧ ਬਣਾਉਣ ਵਾਸਤੇ, ਸਗਾਈ ਕਰਨ ਵਾਸਤੇ ਸਮੱਗਰੀ ਚਾਹੀਦੀ ਹੈ, ਮੇਵੇ ਚਾਹੀਦੇ ਨੇ, ਛੁਹਾਰੇ ਚਾਹੀਦੇ ਨੇ, ਮਠਿਆਈਆਂ ਚਾਹੀਦੀਆਂ ਨੇ, ਉਹ ਸਾਰੀਆਂ ਸਮੱਗਰੀਆਂ ਫਿਰ ਸ਼ਗਨ ਦੀਆਂ ਆਪਾਂ ਭੇਜਾਂਗੇ। ਲੀ ਸਦਨ ਤੇ ਗਮਨੇ ਤੇਤੀ, ਉਹ ਫਿਰ ਲੈ ਕੇ ਲਾਗੀ ਜਿਹੜੇ ਨੇ ਉਹ ਸ਼ਗਨ ਦੀ ਸਾਰੀ ਸਮੱਗਰੀ ਉਸ ਘਰ 'ਚ ਲੈ ਕੇ ਜਾਣਗੇ ਔਰ ਏਦਾਂ ਸਗਾਈ ਪੱਕੀ ਹੋ ਜਾਏਗੀ। ਸੁਨ ਗੁਰ ਕਿਓ ਬਨੇ ਬਿਨ ਬਾਰ, ਮਹਾਰਾਜ ਜੀ ਨੇ ਜਦੋਂ ਮਾਤਾ ਜੀ ਦੇ ਬਚਨ ਸੁਣੇ, ਸੁਣ ਕੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਇਹ ਕਾਰਜ ਵੀ ਬਿਨਾਂ ਦੇਰੀ ਤੋਂ ਹੋ ਜਾਏਗਾ। ਬਿਨਾਂ ਬਾਰ ਦਾ ਮਤਲਬ, ਬਾਰ ਨਾਮ ਹੁੰਦਾ ਦੇਰੀ ਦਾ।
ਬਿਨਾਂ ਦੇਰੀ ਤੋਂ ਇਹ ਕਾਰਜ ਵੀ ਹੋ ਜਾਏਗਾ। ਜੈ ਸੰਜੋਗ ਰਚਿਓ ਕਰਤਾਰ। ਦਰਅਸਲ ਮਾਤਾ ਜੀ ਪਰਮੇਸ਼ਰ ਨੇ ਵਿਧਾਤੇ ਨੇ ਜਿੱਥੇ ਬੱਚਿਆਂ ਦੇ ਸੰਜੋਗ ਬਣਾਏ ਹੁੰਦੇ ਆ, ਰਚੇ ਹੁੰਦੇ ਆ, ਉਹ ਹੋ ਜਾਂਦੇ ਹਨ। ਜਿੱਥੇ ਉਸ ਪਾਰ ਬ੍ਰਹਮ ਵਿਧਾਤੇ ਨੇ ਸੰਜੋਗ ਰਚੇ ਹੋਣਗੇ ਸੋ ਸੁਖੀ ਨਹੀਂ ਹੋਏ ਅਬ ਜਾਏ। ਉਹ ਸਾਰੇ ਸੰਜੋਗ ਹੁਣ ਸੁਖੈਨ ਹੀ ਹੋ ਜਾਣਗੇ, ਸੁਤੇ ਸਿੱਧੀ ਸੁਭਾਵਕ ਹੀ ਹੋ ਜਾਣਗੇ। ਹਿਰਦੈ ਮਨੋਰਥ ਆਪ ਉਠਾਏ। ਕਿਉਂਕਿ ਸੰਜੋਗ ਤਾਂ ਰਚੇ ਹੀ ਹੋਏ ਸੀ, ਸੌਖੇ ਇਸ ਕਰਕੇ ਹੋ ਜਾਣਗੇ ਕਿਉਂਕਿ ਤੁਹਾਡੇ ਜੈਸੇ ਮਹਾਨ ਤਤਵੇਤਾ ਮਾਤਾ ਨੇ ਮਨ 'ਚ ਸੰਕਲਪ ਕੀਤਾ ਤੇ ਤੁਹਾਡਾ ਸੰਕਲਪ ਤਾਂ ਮਾਤਾ ਜੀ ਬੜੀ ਛੇਤੀ ਪੂਰਾ ਹੋਵੇਗਾ। ਹੁਣ ਤਾਂ ਸੁਖੈਨ ਹੀ ਇਹ ਕਾਰਜ ਹੋ ਜਾਣਗੇ ਕਿਉਂਕਿ ਤੁਹਾਡੇ ਮਨ ਦੇ ਵਿੱਚ ਮਨੋਰਥ ਉਪਜਿਆ ਹੈ। ਕਹਿ ਸੁਨ ਮਾਤ ਸੰਗ ਕਰ ਥਿਰੇ। ਏਦਾਂ ਮਾਤਾ ਜੀ ਦੇ ਨਾਲ ਕੁਝ ਸਮਾਂ ਬੈਠ ਕੇ ਸਤਿਗੁਰੂ ਜੀ ਨੇ ਬਚਨ ਬਿਲਾਸ ਕੀਤੇ ਔਰ ਕੁਝ ਸਮਾਂ ਬੈਠੇ ਰਹੇ। ਨਿਜ ਪ੍ਰਿਅੰਕ ਪਰ ਪੋਡਨ ਕਰੀ। ਉਪਰੰਤ ਮਾਤਾ ਜੀ ਕੋਲੋਂ ਵਿਦਾ ਹੋ ਕੇ ਮਹਾਰਾਜ ਜੀ ਆਪਣੇ ਆਸਣ ਤੇ ਆਏ ਹਨ। ਆਪਣੇ ਸੋਹਣੇ ਪਲੰਗੇ ਤੇ ਆਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬਿਰਾਜੇ ਨੇ। ਤਬ ਦਮੋਦਰੀ ਸੁਤਲੇ ਸਾਥ। ਇਹਨੇ ਨੂੰ ਸਤਿਕਾਰਯੋਗ ਮਾਤਾ ਦਮੋਦਰੀ ਜੀ ਉਹ ਆਪਣੇ ਸਾਹਿਬਜ਼ਾਦੇ ਨੂੰ ਆਪਣੇ ਨਾਲ ਲੈ ਕੇ ਆ ਗਏ। ਆਈ ਸੀਵ ਕਰਨ ਗੁਰਨਾਥ। ਜਗਤ ਗੁਰੂ ਨਾਥ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੀ ਸੇਵਾ ਲਈ ਮਹਾਰਾਜ ਜੀ ਦੀ ਸੇਵਾ ਵਾਸਤੇ ਹਾਜ਼ਰ ਹੋਏ ਨੇ ਮਾਤਾ ਦਮੋਦਰੀ ਜੀ। ਹੱਥ ਜੋੜ ਕਰ ਬਾਕ ਬਖਾਨਾ। ਮਾਤਾ ਜੀ ਨੇ ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਦਿਆਂ ਕਿਹਾ, ਪਿਖੋ ਸੁਤਾ ਹਿਤ ਨੀਕ ਠਿਕਾਨਾ। ਮਾਤਾ ਦਮੋਦਰੀ ਜੀ ਨੇ ਵੀ ਉਹੀ ਬਚਨ ਛੇੜ ਲਿਆ ਜਿਹੜਾ ਮਾਤਾ ਗੰਗਾ ਜੀ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ। ਮਾਤਾ ਜੀ ਨੇ ਹੱਥ ਜੋੜ ਕੇ, ਕਿਉਂਕਿ ਬੀਬੀ ਵੀਰੋ ਜੀ ਨੇ ਮਾਤਾ ਦਮੋਦਰੀ ਜੀ ਦੇ ਉਦਰ ਤੋਂ ਜਨਮ ਧਾਰਿਆ ਸੀ, ਤੋ ਬਾਬਾ ਗੁਰਦਿੱਤਾ ਸਾਹਿਬ ਜੀ ਵੀ ਮਾਤਾ ਦਮੋਦਰੀ ਜੀ ਦੇ ਉਦਰ ਤੋਂ ਅਵਤਰੇ ਸਨ। ਤੋ ਮਾਤਾ ਜੀ ਬੇਨਤੀ ਕਰਦਿਆਂ ਉਹੀ ਬੇਨਤੀ ਜੋ ਮਾਤਾ ਗੰਗਾ ਜੀ ਨੇ ਕੀਤੀ, ਉਹੀ ਬਚਨ ਮਾਤਾ ਦਮੋਦਰੀ ਜੀ ਕਰਨ ਲੱਗੇ, ਹੱਥ ਜੋੜ ਕੇ ਕਹਿਣ ਲੱਗੇ, ਪ੍ਰਿਆ ਮੋਏ ਮਨ ਜੈ ਸੁਖ ਪਾਵੇ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸੁਪੁੱਤਰੀ ਵੀਰੋ ਵਾਸਤੇ ਕੋਈ ਚੰਗਾ ਵਰ ਘਰ ਭਾਲੋ, ਕਿਸੇ ਚੰਗੇ ਵਰ ਘਰ ਦੀ ਭਾਲ ਕਰੋ। ਹਮ ਹੀਰੇ ਆਛੇ ਹਰ ਖਾਵੇ। ਔਰ ਇਹੋ ਜਿਹਾ ਕੋਈ ਵਰ ਹੋਵੇ, ਘਰ ਹੋਵੇ ਕਿ ਜਦੋਂ ਅਸੀਂ ਵੇਖੀਏ ਤੇ ਸਾਨੂੰ ਸਾਰਿਆਂ ਨੂੰ ਖੁਸ਼ੀ ਹੋਵੇ, ਸਾਨੂੰ ਸਾਰਿਆਂ ਦੇ ਮਨ ਦੇ ਵਿੱਚ ਚਾਅ ਹੋਵੇ, ਆਨੰਦ ਹੋਵੇ। ਸਤਿਗੁਰ ਕਿਓ ਸੰਜੋਗ ਰਚਿਓ ਜੈ। ਮਹਾਰਾਜ ਜੀ ਕਹਿਣ ਲੱਗੇ ਦਮੋਦਰੀ ਜੀ, ਅਕਾਲ ਪੁਰਖ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਜਿੱਥੇ ਸੰਜੋਗ ਰਚੇ ਹੋਏ ਨੇ, ਸੁਖ ਕੋ ਪ੍ਰਾਪਤ ਹੋਈ ਬਸੀ ਤੈ। ਉੱਥੇ ਸੁਖ ਦੇ ਨਾਲ ਵੀਰੋ ਦਾ ਨਿਵਾਸ ਹੋ ਜਾਣਾ। ਜਿੱਥੇ ਉਹਦੇ ਸੰਜੋਗ ਰਚੇ ਹੋਏ ਨੇ ਉੱਥੇ ਸੁਖ ਦੇ ਨਾਲ ਵੀਰੋ ਦਾ ਨਿਵਾਸ ਹੋ ਜਾਣਾ। ਉਚਿਤ ਨਾ ਇਹ ਚਿਤ ਚਿੰਤਾ ਕਰਨੀ। ਤੇ ਦਮੋਦਰੀ ਜੀ ਇਸ ਗੱਲ ਦੀ ਚਿੰਤਾ ਕਰਨੀ ਉਚਿਤ ਨਹੀਂ। ਇਹ ਫਿਕਰ ਤੁਸੀਂ ਆਪਣੇ ਮਨ 'ਚ ਨਾ ਕਰੋ। ਵਾਹਿਗੁਰੂ ਨੇ, ਪਰਮੇਸ਼ਰ ਨੇ ਜਿਹੜੇ ਸੰਜੋਗ ਰਚੇ ਨੇ ਉਹ ਸੁਤੇ ਸਿੱਧ ਹੋ ਹੀ ਜਾਣੇ ਹਨ। ਪਰਾ ਲਬਦ ਸਭ ਤੇ ਵੱਡ ਬਰਨੀ। ਜਿਹੜੀ ਪਰਾ ਲਬਦ ਹੈ ਨਾ ਇਹ ਸਾਰਿਆਂ ਤੋਂ ਵੱਡੀ ਹੈ। ਜਿੱਥੇ ਜਿੱਥੇ ਜਿਹਦੀ ਜਿਹਦੀ ਪਰਾ ਲਬਦ ਵਾਹਿਗੁਰੂ ਨੇ ਵਿਧਾਤੇ ਨੇ ਰਚੀ ਹੈ, ਉਹਦੀ ਉਹ ਪਰਾ ਲਬਦ ਉੱਥੇ ਆਪਣੇ ਆਪ ਬਾਣੀ ਜਾਣੀ ਹੈ। ਇਸ ਕਰਕੇ ਇਸ ਗੱਲ ਦਾ ਫਿਕਰ, ਇਸ ਗੱਲ ਦੀ ਚਿੰਤਾ ਤੁਹਾਨੂੰ ਨਹੀਂ ਕਰਨੀ ਚਾਹੀਦੀ। ਗੁਰੂ ਅੱਗੇ, ਪਰਮੇਸ਼ਰ ਅੱਗੇ ਅਰਦਾਸ ਕਰਨੀ ਚਾਹੀਏ ਕਿ ਮਹਾਰਾਜ ਜਿੱਥੇ ਆਪ ਜੀ ਨੇ ਕਿਰਪਾ ਕਰਕੇ ਸੰਜੋਗ ਰਚੇ ਨੇ ਉੱਥੇ ਆਪ ਜੀ ਦਇਆ ਕਰਕੇ ਮੇਲਾ ਕਰਾ ਦਿਓ। ਤੇ ਇਸ ਗੱਲ ਦਾ ਫਿਕਰ ਨਾ ਕਰੋ, ਇਸ ਗੱਲ ਦੀ ਚਿੰਤਾ ਆਪਣੇ ਚਿੱਤ ਵਿੱਚ ਨਾ ਕਰੋ। ਸੁਨ ਦਮੋਦਰੀ ਉਠ ਹਰ ਖਾਈ। ਸਤਿਗੁਰੂ ਜੀ ਦੇ ਬਚਨ ਸੁਣ ਕੇ ਮਾਤਾ ਦਮੋਦਰੀ ਜੀ ਬਹੁਤ ਪ੍ਰਸੰਨ ਹੋਏ। ਮਹਾਰਾਜ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਉੱਠੇ ਹਨ। ਰਹੋ ਸੁਖੀ ਬਚ ਤੁਮ ਸਫਲਾਈ। ਕਹਿਣ ਲੱਗੇ ਮਹਾਰਾਜ ਆਪ ਜੀ ਦੇ ਬਚਨ ਸਫਲੇ ਹੋਵਣ, ਆਪ ਜੀ ਦੇ ਬਚਨ ਸਾਰਥਕ ਹੋਵਣ। ਜੋ ਆਪ ਜੀ ਨੇ ਕਿਹਾ ਇਸੇ ਤਰ੍ਹਾਂ ਹੀ ਹੋਵੇਗਾ। ਸੁਪਤ ਜਥਾ ਸੁਖ ਨਿਸਾ ਗੁਜ਼ਾਰੀ। ਰਾਤ ਦਾ ਸਮਾਂ ਸੀ। ਗੁਰਦੇਵ ਜੀ ਨੇ ਆਪਣਿਆਂ ਸੁਖਾਸਣਾਂ ਤੇ ਬਿਰਾਜ ਕੇ
ਸੁਖ ਦੇ ਨਾਲ ਰਾਤ ਬਤੀਤ ਕੀਤੀ ਹੈ। ਉਠ ਗੁਰ ਮੱਜੇ ਨਿਰਮਲ ਬਾਰੀ। ਅੰਮ੍ਰਿਤ ਵੇਲਾ ਹੋਇਆ, ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜੀ ਉੱਠੇ ਨੇ। ਉੱਠ ਕੇ ਗੁਰਦੇਵ ਨੇ ਸੋਚ ਇਸ਼ਨਾਨ ਕੀਤਾ ਹੈ। ਦਿਵਸ ਚੜੇ ਪੁਨ ਲਗਿਓ ਦੀਵਾਨ। ਦਿਨ ਚੜ੍ਹਦਿਆਂ ਤਾਈਂ ਗੁਰਦੇਵ ਸਮਾਧੀ ਸਥਿਤ ਰਿਹਾ ਕਰਦੇ। ਦਿਨ ਚੜ੍ਹਦਿਆਂ ਦੀਵਾਨ ਸਜਾ ਕੇ ਫਿਰ ਦੀਵਾਨ 'ਚ ਬੈਠ ਕੇ ਦਰਸ਼ਨ ਦਿੰਦੇ ਹਨ। ਦਰਸ਼ਨ ਕਰੇ ਬੰਦਨਾ ਠਾਨ। ਜਿਹੜਾ ਵੀ ਕੋਈ ਮਾਈ ਭਾਈ ਆਉਂਦਾ ਮਹਾਰਾਜ ਜੀ ਦੇ ਦਰਬਾਰ 'ਚ ਦੀਵਾਨ 'ਚ ਆ ਕੇ ਦਰਸ਼ਨ ਕਰਦਾ, ਮਹਾਰਾਜ ਜੀ ਦੇ ਚਰਨਾਂ ਤੇ ਬੜੇ ਅਦਬ ਸਤਿਕਾਰ ਨਾਲ ਬੰਦਨਾ ਕਰਦੇ ਹਨ। ਸਿੱਖ ਸੰਗਤ ਕੋ ਹੋਵਤ ਠਾਂਡੇ। ਬੇਅੰਤ ਸਿੱਖ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਆਣ ਕੇ ਖੜੀਆਂ ਹੁੰਦੀਆਂ ਹਨ। ਕੋ ਬੈਠੇ ਟਿਗ ਪ੍ਰੇਮੀ ਗਾਡੇ। ਔਰ ਕੋਈ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਸਤਿਗੁਰਾਂ ਦੇ ਪਾਸ ਬੈਠਦੇ ਨੇ। ਸਭ ਦਿਸ਼ ਦੇਖਿਓ ਦ੍ਰਿਸ਼ਟ ਚਲਾਏ। ਪਾਤਸ਼ਾਹ ਨੇ ਸਾਰੇ ਪਾਸੇ ਨਿਗਾਹ ਮਾਰੀ ਹੈ, ਦ੍ਰਿਸ਼ਟੀ ਕਰਕੇ ਸਭ ਵੱਲ ਪਾਤਸ਼ਾਹ ਨੇ ਵੇਖਿਆ। ਬੈਠੇ ਉਠੇ ਜਾਏ ਕੋ ਆਏ। ਸੰਗਤ ਕੋਈ ਆ ਰਹੀ ਸੀ ਦਰਸ਼ਨ ਕਰਨ ਵਾਸਤੇ, ਕੋਈ ਨਮਸਕਾਰ ਕਰਕੇ ਜਾ ਰਹੇ ਸਨ, ਕਈ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਦੇ ਦਰਬਾਰ 'ਚ ਬੈਠ ਰਹੇ ਸਨ। ਇਦਾਂ ਹੀ ਮਹਾਰਾਜ ਜੀ ਦੇ ਦੀਵਾਨ ਸਜਦੇ ਆ ਜਿਵੇਂ ਹੁਣ ਸਜੇ ਹੋਏ। ਕੋਈ ਬੈਠਾ ਹੋਇਆ ਨਮਸਕਾਰ ਕਰਕੇ, ਕੋਈ ਨਮਸਕਾਰ ਕਰਨ ਆ ਰਿਹਾ, ਕੋਈ ਨਮਸਕਾਰ ਕਰਕੇ ਜਾ ਰਿਹਾ। ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਆਪਣੇ ਦੀਵਾਨ 'ਚ ਸੰਗਤ ਨੂੰ ਵੇਖ ਰਹੇ ਨੇ। ਇਕ ਨਰ ਹੀਰਿਓ ਬਾਲਕ ਸਾਥ। ਸਤਿਗੁਰੂ ਜੀ ਨੇ ਆਪਣੇ ਦੀਵਾਨ ਵਿੱਚ ਹੀ ਇੱਕ ਸੱਜਣ ਪੁਰਸ਼ ਨੂੰ ਵੇਖਿਆ। ਗੁਰੂ ਘਰ ਦਾ ਸੇਵਕ ਸਿੱਖ ਹੈ, ਉਹਦੇ ਨਾਲ ਉਹਦਾ ਇੱਕ ਛੋਟਾ ਬਾਲਕ ਹੈ। ਉਸ ਬੱਚੇ ਦੇ ਸਮੇਤ ਉਸ ਪਿਤਾ ਨੂੰ ਵੇਖਿਆ। ਦਰਬਹੀਨ ਪਟ ਮਲਿਨ ਅਨਾਥ। ਕਹਿੰਦੇ ਵੇਖਿਆ ਵੀ ਪੈਸਾ ਕੋਈ ਨਹੀਂ ਕੋਲ, ਧਨਹੀਣ ਹੈ, ਤੇ ਸਰੀਰ ਤੇ ਜਿਹੜੇ ਕੱਪੜੇ ਬਸਤਰ ਨੇ ਉਹ ਵੀ ਕੋਈ ਬਹੁਤ ਵਧੀਆ ਨਹੀਂ ਪਾਏ ਹੋਏ, ਮਲੀਨ ਤੇ ਪੁਰਾਣੇ ਬਸਤਰ ਹਨ। ਜਬ ਨੇਰੇ ਹੋਏ ਬੰਧਨ ਠਾਨੀ। ਕਹਿੰਦੇ ਉਹਨੇ ਆ ਕੇ ਜਦੋਂ ਮਹਾਰਾਜ ਜੀ ਦੇ ਕੋਲ ਆ ਕੇ ਆਪਣੇ ਬੱਚੇ ਦੇ ਸਮੇਤ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਕੀਤੀ, ਮਹਾਰਾਜ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੇ। ਸੁਨਤ ਸਬਨ ਕੇ ਗੁਰੂ ਬਖਾਨੀ। ਸਾਰੀ ਸੰਗਤ ਬੈਠੀ ਸੀ, ਦੀਵਾਨ ਸਜਿਆ ਹੋਇਆ ਸੀ। ਸਭ ਦੇ ਬੈਠਿਆਂ ਬੈਠਿਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਕੌਣ ਕੌਣ ਪੁਰ ਜਾਤੀ ਕੌਣ। ਮਹਾਰਾਜ ਜੀ ਉਹਨਾਂ ਨੂੰ ਪੁੱਛਦੇ, ਕਹਿੰਦੇ ਹਾਂ ਭਾਈ ਕਿਹੜਾ ਨਗਰ ਹੈ ਤੁਹਾਡਾ, ਕਿਸ ਵਰਨ ਜਾਤੀ ਨਾਲ ਸੰਬੰਧ ਰੱਖਦੇ ਹੋ। ਕਿਮ ਆਇਓ ਕੋ ਕਾਰਜ ਜੋਨ। ਕਿਵੇਂ ਆਏ ਹੋ ਗੁਰੂ ਘਰ ਵਿੱਚ, ਕੀ ਕਾਰਜ ਸੀ ਤੁਹਾਡਾ, ਕਿਸ ਕਾਰਜ ਲਈ ਆਏ ਹੋ। ਸੁਨ ਸੁਖ ਚਿਓ ਬੰਦੇ ਜੁਗ ਹਾਥ। ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਜਿਹੜਾ ਸੱਜਣ ਪੁਰਸ਼ ਸੀ ਉਹਨੇ ਬੜੇ ਡਰ ਦੇ ਨਾਲ ਵੀ ਸਤਿਗੁਰਾਂ ਮੈਨੂੰ ਕਿਉਂ ਪੁੱਛਿਆ। ਹੋਰ ਤਾਂ ਬਹੁਤ ਸਿੱਖ ਮੱਥਾ ਟੇਕ ਰਹੇ ਨੇ, ਕਿਸੇ ਨੂੰ ਏਦਾਂ ਨਹੀਂ ਪੁੱਛਿਆ, ਇੱਕਦਮ ਮੈਨੂੰ ਪੁੱਛ ਰਹੇ ਨੇ। ਇੱਕਦਮ ਉਹ ਡਰ ਗਿਆ ਵੀ ਮੇਰੇ ਕੋਲੋਂ ਕੋਈ ਗਲਤੀ ਤਾਂ ਨਹੀਂ ਹੋ ਗਈ, ਮੇਰੇ ਕੋਲੋਂ ਕੋਈ ਭੁੱਲ ਤਾਂ ਨਹੀਂ ਹੋ ਗਈ। ਬੜੇ ਡਰੇ ਹੋਏ ਨੇ, ਉਹਨੇ ਹੱਥ ਜੋੜੇ। ਸਭਾ ਵਿੱਚ ਬੋਲਿਓ ਗੁਰ ਸਾਥ। ਸਤਿਗੁਰੂ ਜੀ ਦੇ ਸਨਮੁਖ ਗੁਰਦੇਵ ਦੇ ਪੁੱਛਣ ਤੇ ਉਹ ਸਿੱਖ ਬੋਲਿਆ। ਮੱਲੇਪੁਰ ਬਾਸੇ ਚਿਰਕਾਲ। ਕਹਿਣ ਲੱਗਾ ਮਹਾਰਾਜ ਮੱਲੇਪੁਰ ਨਗਰ ਦੇ ਵਿੱਚ ਮੇਰਾ ਨਿਵਾਸ ਹੈ, ਮੈਂ ਮੱਲੇਪੁਰ ਨਗਰ ਦੇ ਵਿੱਚ ਵਸਦਾ ਬੜੇ ਲੰਮੇ ਸਮੇਂ ਤੋਂ। ਗਏ ਦਰਬ ਤੇ ਥੁਰ ਇਸ ਹਾਲ। ਮਹਾਰਾਜ ਪਹਿਲਾਂ ਬੜੀ ਦਇਆ ਮਾਇਆ ਸੀ, ਕਾਰੋਬਾਰ ਚੰਗਾ ਸੀ, ਬਰਕਤ ਸੀ। ਅਚਾਨਕ ਘਾਟਾ ਪੈ ਗਿਆ ਮਹਾਰਾਜ, ਘਰ 'ਚ ਗਰੀਬੀ ਦੀ ਦਸ਼ਾ ਹੈ, ਬਹੁਤ ਜ਼ਿਆਦਾ ਗਰੀਬੀ। ਪਰ ਬਲਿਆਰ ਜਾਈਏ, ਗਰੀਬੀ ਹੈ ਪਰ ਮਹਾਰਾਜ ਤੁਹਾਡੀ ਦਇਆ ਨਾਲ ਇੰਨਾ ਸ਼ੁਕਰ ਹੈ ਵੀ ਆਪ ਜੀ ਦੀ ਸਿੱਖੀ ਵੀ ਘਰ ਵਿੱਚ ਹੈ। ਪਹਿਲਾਂ ਸ਼ਾਹੂਕਾਰ ਸੀ, ਸਿੱਖੀ ਵੀ ਸੀ, ਪਰ ਅਚਾਨਕ ਕੁਝ ਘਾਟਾ ਪੈ ਗਿਆ, ਘਰ ਵਿੱਚ ਗਰੀਬੀ ਆ ਗਈ ਹੈ। ਜਾਤ ਖੋਸਲੇ ਖੱਤਰੀ ਆਹੇ। ਮਹਾਰਾਜ ਖੱਤਰੀ ਵਰਣ ਨਾਲ ਸੰਬੰਧ ਰੱਖਦੇ ਆ ਤੇ ਸਾਡਾ ਜਿਹੜਾ ਗੋਤਰ ਹੈ ਉਹ ਖੋਸਲੇ ਹੈ। ਖੋਸਲੇ ਗੋਤਰ ਦੇ ਅਸੀਂ ਧਾਰਨੀ ਹਾਂ। ਧਰਮਾ ਨਾਮ ਮੋਈ ਕੋ ਕਈ। ਔਰ ਮਹਾਰਾਜ ਮੇਰਾ ਨਾਮ ਹੈ ਧਰਮਾ।
ਮੈਨੂੰ ਲੋਕ ਧਰਮਾ ਕਹਿ ਕੇ ਸੰਬੋਧਨ ਕਰਦੇ ਹਨ। ਸਪਤ ਬਰਖ ਕੋ ਬਾਲਕ ਮੇਰਾ, ਤੇ ਆ ਮੇਰਾ ਪੁੱਤਰ ਹੈ ਮੇਰੇ ਨਾਲ, ਇਹਦੀ 7 ਸਾਲ ਦੀ ਉਮਰ ਹੈ। ਸਾਧੂ ਨਾਮ ਧਰਿਓ ਇਸ ਕੀਰਾ, ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੈਂ ਆਪਣੇ ਇਸ ਬੱਚੇ ਦਾ ਨਾਮ ਸਾਧੂ ਰੱਖਿਆ ਹੋਇਆ। ਮੇਰਾ ਨਾਮ ਧਰਮ ਹੈ, ਇਹਦਾ ਨਾਮ ਮੈਨੇ ਸਾਧੂ ਰੱਖਿਆ ਹੋਇਆ। ਸੁਨ ਸਤਿਗੁਰ ਨਿਜ ਨਿਕਟ ਬਿਠਾਇਓ, ਸੁਣ ਕੇ ਮਹਾਰਾਜ ਜੀ ਨੇ ਆਖਿਆ ਆਓ ਭਾਈ ਧਰਮਾ ਜੀ, ਆਓ ਇੱਥੇ ਬੈਠ ਜਾਓ। ਉਹ ਜਿਹੜਾ ਬੱਚਾ ਸੀ ਨਾ 7 ਸਾਲਾਂ ਦਾ ਭਾਈ ਸਾਧੂ, ਉਹਨੂੰ ਮਹਾਰਾਜ ਜੀ ਨੇ ਆਪਣੇ ਲਾਗੇ ਬਿਠਾ ਲਿਆ। ਆਨੋ ਖਾਰਕ ਬਿਪਰ ਬੁਲਾਇਓ, ਪਾਤਸ਼ਾਹ ਨੇ ਹੁਕਮ ਕੀਤਾ ਜਾਓ ਭਾਈ ਛੁਹਾਰੇ ਲੈ ਕੇ ਆਓ। ਕਿਉਂਕਿ ਕੁਝ ਰਾਤ ਹੀ ਅਜੇ ਮਾਤਾ ਜੀ ਨੇ ਬੇਨਤੀ ਕੀਤੀ ਸੀ ਵੀ ਧੀ ਵਾਸਤੇ ਕੋਈ ਵਰ ਘਰ ਵੇਖੋ, ਤੇ ਗੁਰਦੇਵ ਨੇ ਵੇਖਿਆ। ਭਾਵੇਂ ਗਰੀਬ ਨੇ ਪਰ ਵੇਖਿਆ ਵੀ ਗੁਰੂ ਕੀ ਸਿੱਖੀ ਹੈ, ਤੇ ਸਿੱਖੀ ਹੋਵੇਗੀ ਧਨ ਤਾਂ ਆਉਂਦਾ ਜਾਂਦਾ ਰਹਿੰਦਾ, ਇਹ ਤਾਂ ਫੇਰ ਆਜੂ। ਪਰ ਜੇ ਗੁਰਸਿੱਖੀ ਨਹੀਂ ਘਰ ਦੇ ਵਿੱਚ, ਤੇ ਫਿਰ ਉਹ ਘਰ ਜਿਹੜਾ ਉਹ ਨਰਕ ਦੇ ਤੁਲ ਹੈ। ਭਾਵੇਂ ਉੱਥੇ ਸਾਰੀ ਸੰਪਦਾ, ਸਾਰੀ ਵਿਭੂਤੀ ਸਭ ਕੁਝ ਹੋਵੇ, ਪਰ ਜੇ ਗੁਰਸਿੱਖੀ ਨਹੀਂ ਤੇ ਫਿਰ ਉੱਥੇ ਕੁਝ ਵੀ ਨਹੀਂ। ਇਹ ਬੜਾ ਵੱਡਾ ਅੱਜ ਦੇ ਇਸ ਵਰਤਮਾਨ ਦੇ ਸਮਾਜ ਨੂੰ ਗੁਰਦੇਵ ਦਾ ਸੁਨੇਹਾ ਹੈ ਕਿ ਜਦੋਂ ਵੀ ਚਾਹੇ ਉਹ ਭਜੰਗੀ ਵਾਲੇ ਹੋਣ ਤੇ ਚਾਹੇ ਕਿਸੇ ਦੀ ਭਜੰਗਣ ਹੋਵੇ, ਯਤਨ ਕਰਨਾ ਚਾਹੀਦਾ ਕਿ ਜਦੋਂ ਆਪਸੀ ਸੰਜੋਗ ਜੋੜਨ ਲੱਗਦੇ ਨੇ, ਉਦੋਂ ਗੁਰਸਿੱਖੀ ਦੀ ਪਹਿਲ ਰੱਖ ਕੇ ਵੀ ਭਾਈ ਘਰ ਵਿੱਚ ਗੁਰਸਿੱਖੀ ਜ਼ਰੂਰ ਹੋਵੇ। ਪੰਜਾਬ ਤੋਂ ਬਾਹਰ ਜਿਹੜੀਆਂ ਦੂਸਰੀਆਂ ਸਟੇਟਾਂ ਨੇ, ਚਾਹੇ ਹਜੂਰ ਸਾਹਿਬ ਦੀ ਗੱਲ ਕਰੀਏ, ਉੱਥੇ ਉਸੇ ਬੱਚੇ ਦੇ ਆਨੰਦ ਕਾਰਜ ਹੁੰਦੇ ਜਿਹੜੇ ਅੰਮ੍ਰਿਤਧਾਰੀ ਹੋਵਣ। ਜੇ ਅੰਮ੍ਰਿਤਧਾਰੀ ਨਹੀਂ ਤੇ ਆਨੰਦ ਕਾਰਜ ਨਹੀਂ ਹੁੰਦੇ। ਇਹ ਹਦਾਇਤ ਸਰਬ ਥਾਵਾਂ ਤੇ ਹੀ ਹੋਣੀ ਚਾਹੀਦੀ ਹੈ। ਹੁਣ ਜੇ ਅੰਮ੍ਰਿਤਧਾਰੀ ਬੱਚਾ ਬੱਚੀ ਹੋਵੇ ਤੇ ਲੋਕ ਕਈ ਤਰ੍ਹਾਂ ਦੇ ਸ਼ੰਕੇ ਕਰਦੇ ਸਿੱਖਾਂ ਦੇ ਬੱਚਿਆਂ ਦੇ ਬਾਬਤ। ਆਖੇ ਜੀ ਇਹ ਬੱਚੇ ਦਾ ਦਾੜਾ ਵੱਡਾ ਹੈ, ਜਾਂ ਕਹਿ ਦੇਣਗੇ ਜੀ ਇਹਨੇ ਅੰਮ੍ਰਿਤ ਛਕਿਆ ਹੋਇਆ ਜੀ। ਲੜਕੀਆਂ ਉਹ ਅੰਮ੍ਰਿਤਧਾਰੀ ਲੜਕਿਆਂ ਨੂੰ ਪਸੰਦ, ਭਜੰਗੀਆਂ ਨੂੰ ਪਸੰਦ ਨਹੀਂ ਕਰਦੀਆਂ, ਤੇ ਕਈ ਭਜੰਗੀ ਇਹੋ ਜਿਹੇ ਹੁੰਦੇ ਜਿਹੜੇ ਅੰਮ੍ਰਿਤਧਾਰੀ ਬੱਚੀਆਂ ਨੂੰ ਪਸੰਦ ਨਹੀਂ ਕਰਦੇ। ਆਖੇ ਜੀ ਅੰਮ੍ਰਿਤ ਛਕਿਆ। ਖਾਲਸਾ ਜੀ ਇਹ ਸਾਡੇ ਸਮਾਜ ਲਈ ਬਹੁਤ ਜ਼ਿਆਦਾ ਨਾਮੋਸ਼ੀ ਵਾਲਾ ਵਰਤਾਰਾ ਹੈ, ਜਿਹਦੇ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ। ਸਿੱਖੀ ਵੇਖਣੀ ਹੈ ਪਹਿਲਾਂ ਕਿ ਗੁਰਸਿੱਖ ਨੇ, ਬਾਕੀ ਕੰਮ ਤਾਂ ਬਾਅਦ ਵਿੱਚ ਵੇਖਣਾ, ਵੀ ਕਾਰ ਵਿਹਾਰ ਘਰ-ਬਾਰ ਉਹ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਗੁਰਸਿੱਖੀ ਵੇਖਣੀ ਚਾਹੀਏ। 6ਵੇਂ ਪਾਤਸ਼ਾਹ ਨੇ ਨਹੀਂ ਵੇਖਿਆ ਵੀ ਗਰੀਬ ਹੈ, ਕਿੱਡੇ ਵੱਡੇ ਦੀਨ ਦੁਨੀਆ ਦੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੇ ਵੇਖਿਆ ਨਹੀਂ ਕਿ ਇਹ ਗਰੀਬ ਹੈ, ਕੱਪੜੇ ਪੁਰਾਣੇ ਪਾਏ ਆ, ਕੋਈ ਕਾਰੋਬਾਰ ਨਹੀਂ ਹੋਣਾ, ਤਦੇ ਗਰੀਬ ਹੈ। ਵੇਖਿਆ ਗੁਰਸਿੱਖ ਨੇ ਗੁਰਸਿੱਖੀ ਕਮਾਈ ਹੈ। ਉਸੇ ਵੇਲੇ ਹੁਕਮ ਕੀਤਾ ਜਾਓ ਭਾਈ ਛੁਹਾਰਾ ਲੈ ਕੇ ਆਓ। ਸੁਨ ਪਿਕ ਬਿਸਮਤ ਭੀ ਨਰ ਸਾਰੀ, ਇਹ ਵੇਖ ਕੇ ਸੁਣ ਕੇ ਜਿੰਨੀ ਸੰਗਤ ਬੈਠੀ ਸਭ ਹੈਰਾਨ ਹੋ ਗਏ, ਹੱਕੇ ਬੱਕੇ ਹੋ ਗਏ ਵੀ ਆਹ ਬਚਨ ਕੀ ਕਰਦੇ ਆ 6ਵੇਂ ਪਾਤਸ਼ਾਹ। ਇਹਨਾਂ ਦਾ ਤਾਂ ਦਸ਼ਾ ਹੀ ਵੇਖਿਆ ਵੀ ਗਰੀਬੜੇ ਜੇ ਲੱਗਦੇ ਐ, ਤੇ ਸਤਿਗੁਰੂ ਆਪਣੀ ਧੀ ਰਾਣੀ ਬੀਬੀ ਵੀਰੋ ਦਾ ਰਿਸ਼ਤਾ ਕਰਨ ਲੱਗੇ ਨੇ ਇਸ ਬੱਚੇ ਨਾਲ। ਜਿੰਨੀ ਸੰਗਤ ਸੀ ਸਾਰੀ ਵੇਖ ਕੇ ਹੈਰਾਨ ਹੋ ਗਈ। ਕਹਾਂ ਕਰਤ ਗੁਰ ਰਿਧੀ ਵਿਚਾਰੀ, ਸਭ ਹੈਰਾਨ ਹੋ ਗਏ ਕਿ ਸਤਿਗੁਰੂ ਜੀ ਇਹ ਕੀ ਕਰ ਰਹੇ ਨੇ। ਜਬ ਦਿਜ ਆਇਓ ਕਰਿਓ ਬਖਾਨੀ, ਕਹਿੰਦੇ ਜਦੋਂ ਇਹ ਸੇਵਾਦਾਰ ਮਹਾਰਾਜ ਜੀ ਦਾ ਜਿਹੜਾ ਕੁਲ ਪ੍ਰੋਹਿਤ ਸੀ, ਹੈ ਗੁਰਸਿੱਖ ਹੀ ਸੀ ਪਰ ਪ੍ਰੋਹਿਤ ਕਿਹਾ ਜਾਂਦਾ, ਉਹ ਜਦੋਂ ਗਿਆ ਸਿਸਕੀ ਮੁਖ ਦੀ ਉਖਾਰਕ ਖਾਨੀ, ਉਹ ਜਾ ਕੇ ਛੁਹਾਰਾ ਲਿਆਇਆ। ਮਹਾਰਾਜ ਜੀ ਨੇ ਕਿਹਾ ਲਿਆਓ ਭਾਈ ਇਹ ਛੁਹਾਰਾ ਇਸ ਬਾਲਕ ਦੇ ਮੁਖ ਨੂੰ ਲਾਓ, ਇਹਨੂੰ ਛਕਣ ਵਾਸਤੇ ਦਿਓ। ਸੁਨ ਧਰਮੇ ਕਰ ਜੋਰੀ ਉਚਾਰਾ, ਜਦੋਂ ਮਹਾਰਾਜ ਜੀ ਨੇ ਕਿਹਾ ਨਾ ਵੀ ਇਹ ਬੱਚੇ ਭਾਈ ਸਾਧੂ ਦੇ ਮੂੰਹ ਨੂੰ ਛੁਹਾਰਾ ਲਾਓ, ਇਹ ਮਰਿਆਦਾ ਸਗਨ ਦੀ, ਤੋ ਇਹ ਛੁਹਾਰਾ ਲਾਓ ਇਹਦੇ ਮੁਖ ਨੂੰ। ਕਹਿੰਦੇ ਸੁਣ ਕੇ ਭਾਈ ਧਰਮਾ ਜੀ ਇੱਕਦਮ ਹੈਰਾਨ, ਹੱਥ ਜੋੜ ਕੇ ਕਹਿਣ ਲੱਗੇ ਤੁਮ ਸਗਰੇ ਜਗ ਗੁਰੂ ਉਦਾਰਾ, ਕਹਿਣ ਲੱਗੇ ਗਰੀਬ ਨਵਾਜ ਤੁਸੀਂ ਸਾਰੇ ਜਗਤ ਦੇ ਮਾਲਕ
ਸਾਰੇ ਜਗਤ ਦੇ ਸੁਆਮੀ, ਸਾਰੇ ਜਗਤ ਦੇ ਗੁਰਦੇਵ ਹੋ। ਸਮਰਥ ਚਉ ਸੋ ਕਰੋ ਗੁਸਾਈ। ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਜੋ ਚਾਹੇ ਮਰਜ਼ੀ ਕਰਨ ਦੀ ਤਾਕਤ ਰੱਖਦੇ ਹੋ। ਕੋ ਤੁਮਰੀ ਸਮਤਾ ਨੇ ਪਾਈ। ਮਹਾਰਾਜ ਮੇਰੇ ਚ ਕੀ ਤਾਣ ਕਿ ਮੈਂ ਤੁਹਾਡੀ ਸਮਤਾ ਕਰ ਸਕਾਂ, ਤੁਹਾਡੀ ਬਰੋਬਰੀ। ਸਮਧੀ ਤੇ ਉਸੇ ਨੂੰ ਕਹਿੰਦੇ ਆ ਨਾ, ਸਮਧੀ ਦਾ ਮਤਲਬ ਹੁੰਦਾ ਜਿਹੜਾ ਸਮਾਨ ਹੋਵੇ, ਬਰਾਬਰ ਦਾ ਹੋਵੇ, ਉਹਨੂੰ ਸਮਧੀ ਕਹਿੰਦੇ ਆ ਨਾ। ਕਹਿੰਦੇ ਮੈਂ ਤਾਂ ਮਹਾਰਾਜ ਇੰਨਾ ਯੋਗ ਨਹੀਂ ਕਿ ਤੁਹਾਡੀ ਬਰਾਬਰੀ ਕਰ ਸਕਾਂ। ਮੈਂ ਅਨਾਥ ਸਭ ਸ਼ਕਤ ਬਹੀਨਾ। ਮਹਾਰਾਜ ਮੈਂ ਅਨਾਥ ਹਾਂ, ਸਰਬ ਸ਼ਕਤੀਆਂ ਤੋਂ ਵਿਹੂਣਾ ਨਿਮਾਣਾ ਹਾਂ। ਰੰਕ ਦਰਬ ਬਿਨ ਬਸਤਰ ਮਲੀਨਾ। ਮਹਾਰਾਜ ਫਿਰ ਰੰਕੜਾ ਹਾਂ, ਗਰੀਬੜਾ ਹਾਂ, ਧਨ ਤੋਂ ਹੀਣਾ ਹਾਂ। ਆ ਵੇਖੋ ਮਹਾਰਾਜ ਮੇਰੇ ਕੋਲ ਤਾਂ ਤਨ ਤੇ ਪਾਉਣ ਵਾਸਤੇ ਚੱਜ ਦੇ ਕੱਪੜੇ ਵੀ ਨਹੀਂ। ਕਰਨ ਸਗਾਈ ਕਿਮ ਬਨ ਆਵੇ। ਮਹਾਰਾਜ ਜੀ ਇਹ ਸਗਾਈ ਆਪ ਜੀ ਦੇ ਘਰ ਵਿੱਚ ਬਣਦੀ ਕਿਵੇਂ ਹੈ, ਕਿਵੇਂ ਕਰਨੀ ਬਣ ਆਉਂਦੀ ਹੈ? ਮੈਂ ਕਿੱਥੇ, ਆਪ ਜੀ ਕਿੱਥੇ? ਸਮਤਾ ਸਿੰਧ ਬੂੰਦ ਕਿਮ ਪਾਵੇ। ਬੂੰਦ ਸਮੁੰਦਰ ਦੀ ਬਰਾਬਰੀ ਕਿਵੇਂ ਕਰ ਸਕਦੀ ਮਹਾਰਾਜ? ਤੁਸੀਂ ਸਮੁੰਦਰ ਜੇ, ਮੈਂ ਬੂੰਦ ਤੁਲ ਹਾਂ। ਤੁਹਾਡੀ ਸਮਤਾ, ਤੁਹਾਡੀ ਬਰਾਬਰੀ ਕੀ ਕਰਾਂਗਾ? ਕੈ ਕੀਟੀ ਕੈ ਵੱਡ ਗਜਰਾਜ। ਕਿੱਥੇ ਕੀੜੀ ਤੇ ਕਿੱਥੇ ਗਜਰਾਜ? ਹਾਥੀ ਕਿੱਥੇ ਕੀੜੀ ਤੇ ਕਿੱਥੇ ਗਜਰਾਜ? ਸੁਨਤ ਬਾਤ ਮੁਝ ਉਪਜਤ ਲਾਜ। ਇਹ ਗੱਲ ਸੁਣਦੇ ਹੀ ਮੈਨੂੰ ਲਾਜ ਪਈ ਆਉਂਦੀ ਆ ਮਹਾਰਾਜ, ਮੈਨੂੰ ਸ਼ਰਮ ਪਈ ਆਉਂਦੀ ਆਪਣੀ ਦਸ਼ਾ ਵੇਖ ਕੇ। ਰਾਵਰ ਬੰਧਨ ਕਰਨ ਸਥਾਨ। ਮਹਾਰਾਜ ਜੀ ਤੁਸੀਂ ਮੇਰੇ ਲਈ ਬੰਦਨੀਏ ਹੋ, ਮੇਰੇ ਲਈ ਨਮਸਕਾਰ ਕਰਨੇ ਯੋਗਿਆ ਹੋ। ਉਹ ਅਯੋਗ ਕਿਮ ਕਰੋ ਬਖਾਨ। ਮਹਾਰਾਜ ਇਹ ਅਯੋਗ ਕਾਰਜ ਆਪ ਜੀ ਕਿਵੇਂ ਬਖਿਆਨ ਕਰਕੇ ਕਹਿ ਰਹੇ ਹੋ? ਇਹ ਸੰਬੰਧ ਆਪ ਜੀ ਕਿਵੇਂ ਜੋੜ ਰਹੇ ਹੋ? ਸਤਿਗੁਰ ਕਿਓ ਚਿੰਤਨੈ ਕੀਜੇ। ਸੁਣ ਕੇ ਸਤਿਗੁਰੂ ਜੀ ਕਹਿੰਦੇ ਭਾਈ ਧਰਮਾ ਜੀ ਇਸ ਗੱਲ ਦੀ ਚਿੰਤਾ ਨਾ ਕਰੋ, ਇਸ ਗੱਲ ਦਾ ਫਿਕਰ ਨਾ ਕਰੋ। ਰਚਿਓ ਬਿਰੰਚ ਸੰਜੋਗ ਲਖੀਜੇ। ਇਹ ਸੰਜੋਗ ਧੁਰ ਦਰਗਾਹ ਤੋਂ ਪਰਮੇਸ਼ਰ ਦੇ ਬਣਾਏ ਸੰਜੋਗ ਨੇ, ਨਾ ਤੁਹਾਡੇ ਵੱਸ ਹੈ ਨਾ ਸਾਡੇ ਵੱਸ ਹੈ। ਇਹ ਸੰਜੋਗ ਧੁਰ ਦਰਗਾਹ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਿਰਜੇ ਹੋਏ ਨੇ। ਇਹ ਸੁਤ ਤੇਰੋ ਹੋਏ ਵੱਡ ਭਾਗੇ। ਤੁਹਾਡਾ ਇਹ ਪੁੱਤਰ ਬੜੇ ਵੱਡਿਆਂ ਭਾਗਾਂ ਵਾਲਾ ਹੋਵੇਗਾ। ਖਾਲਸਾ ਜੀ ਭਾਈ ਸਾਧੂ ਦੇ ਘਰ ਤੇ ਬੀਬੀ ਵੀਰੋ ਦੇ ਉਦਰ ਤੋਂ 5 ਪੁੱਤਰਾਂ ਨੇ ਜਨਮ ਲਿਆ। 5 ਪੁੱਤਰ। ਭਾਈ ਸੰਗੋ ਸ਼ਾਹ, ਜੀਤ ਮਲ, ਮਾਰੀ ਚੰਦ, ਗੁਲਾਬ ਚੰਦ ਜੀ ਵਰਗੇ ਐਸੇ ਮਹਾਂਪੁਰਖ ਕਿ ਭੰਗਾਣੀ ਦੇ ਜੰਗ ਦੇ ਵਿੱਚ ਲੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਲਗੀਧਰ ਦੇ ਵੇਲੇ। ਮਹਾਰਾਜ ਜੀ ਕਹਿ ਰਹੇ ਵੀ ਸ਼ਹੀਦਾਂ ਦੇ ਪਿਤਾ ਹੋਣਾ ਇਹਨਾਂ ਨੇ। ਉਹ ਬਚਨ ਹਾਲੇ ਪ੍ਰਤੱਖ ਨਹੀਂ ਕਿਹਾ, ਇੰਨਾ ਜ਼ਰੂਰ ਕਿਹਾ ਕਿ ਤੁਹਾਡਾ ਇਹ ਪੁੱਤਰ ਬਹੁਤ ਵੱਡਿਆਂ ਭਾਗਾਂ ਵਾਲਾ ਹੋਵੇਗਾ। ਭਗਤ ਵਿਸਾਲ ਪ੍ਰਭੂ ਅਨੁਰਾਗੇ। ਇਹ ਪਰਮੇਸ਼ਰ ਦਾ ਵਿਸ਼ਾਲ ਭਗਤ ਹੋਵੇਗਾ। ਇਹਦੇ ਅੰਦਰ ਪਰਮੇਸ਼ਰ ਦੀ ਭਗਤੀ ਦਾ ਅਨੁਰਾਗ ਤੇ ਪ੍ਰੇਮ ਵਸੇਗਾ। ਇਸ ਕੋ ਦੋਸ਼ ਨ ਲਾਗੇ ਕੋਈ। ਇਹਨੂੰ ਕੋਈ ਦੋਸ਼ ਨਹੀਂ ਲੱਗੇਗਾ, ਇਹਨੂੰ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਵਿਆਪੇਗਾ। ਅਪਰ ਸੰਦੇ ਦਿਓ ਸਭ ਖੋਈ। ਭਾਈ ਧਰਮਾ ਜੀ ਇਹ ਮਨ ਦੇ ਸਾਰੇ ਸੰਦੇ, ਇਹ ਸਾਰੇ ਸ਼ੰਕੇ ਆਪਣੇ ਹਿਰਦੇ ਚੋਂ ਮਿਟਾ ਦਿਓ। ਇਮ ਕਹਿ ਜੇਤਕ ਰੀਤ ਸਗਾਈ। ਇਦਾਂ ਕਹਿ ਕੇ ਸਤਿਗੁਰਾਂ ਨੇ ਜਿਹੜੀ ਸਗਾਈ ਦੀ ਜਿੰਨੀ ਮਰਿਆਦਾ ਰੀਤ ਹੁੰਦੀ ਹੈ ਸ਼ਗਨਾਂ ਦੀ, ਉਹ ਸਤਿਗੁਰੂ 6ਵੇਂ ਪਾਤਸ਼ਾਹ ਨੇ ਕਰਵਾਈ। ਤੈਂ ਬੈਠੇ ਸਭ ਗੁਰੂ ਕਰਾਈ। ਆਪਣੇ ਬੈਠਿਆਂ ਬੈਠਿਆਂ ਸਾਰੀ ਸਗਾਈ ਦੀ ਮਰਿਆਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੂਰੀ ਕਰਵਾਈ। ਹੀਰ ਹੀਰ ਸਗਰੀ ਬਿਸਮਾਏ। ਜਿਹੜਾ ਵੇਖਦਾ ਸਭ ਵੇਖ ਕੇ ਹੈਰਾਨ ਹੋ ਰਹੇ ਨੇ, ਇੱਕਦਮ ਅਸਚਰਜ ਹੋ ਰਹੇ ਨੇ। ਸਿੱਖ ਰੰਕ ਸੰਜੋਗ ਬਣਾਏ। ਕਿ ਸਤਿਗੁਰਾਂ ਨੇ ਇੱਕ ਗਰੀਬ ਸਿੱਖ ਵੇਖ ਕੇ ਉਹਦੇ ਨਾਲ ਸੰਜੋਗ ਬਣਾ ਲਿਆ। ਗਰੀਬ ਨਵਾਜ ਪਾਤਸ਼ਾਹ ਨੇ ਕੈਸਾ ਬਿਰਦ ਸੰਭਾਲਿਆ ਆਪਣਾ, ਜੋ ਗੁਰਦੇਵ ਦਾ ਬਿਰਦ ਹੈ ਗਰੀਬਾਂ ਨੂੰ ਨਿਵਾਜਣਾ। ਉਹ ਬਿਰਦ ਮਹਾਰਾਜ ਜੀ ਨੇ ਆਪਣਾ ਸੰਭਾਲਿਆ, ਆਪਣੇ ਗਰੀਬ ਸਿੱਖ ਨੂੰ ਨਿਵਾਜਿਆ ਹੈ। ਸਭਾ ਉਠੀ ਗੁਰ ਮੰਦਰ ਗਏ। ਇਹ ਸ਼ਗਨ ਦੀ ਮਰਿਆਦਾ ਹੋ ਗਈ, ਦੀਵਾਨ ਦੀ ਸਮਾਪਤੀ ਹੋਈ,
ਸਤਿਗੁਰੂ ਛੇਵੇਂ ਪਾਤਸ਼ਾਹ ਚੱਲ ਕੇ ਆਪਣੇ ਮਹਿਲਾਂ ਵਿੱਚ ਆਏ। ਸਭ ਮੈਂ ਇਹ ਪ੍ਰਸੰਗ ਵਿਦਤਾਏ। ਇਹ ਗੱਲ ਸਾਰਿਆਂ 'ਚ ਪ੍ਰਗਟ ਹੋ ਗਈ, ਇਹ ਬਚਨ ਸਭ ਪਾਸੇ ਵਿਦਤ ਹੋ ਗਿਆ ਖੱਤਰੀ ਰੰਕ ਪੁੱਤਰ ਕੇ ਸਾਥ। ਕਿ ਇੱਕ ਖੱਤਰੀ ਵਰਣ ਦੇ ਧਾਰਨੀ ਭਾਈ ਧਰਮਾ ਜੀ ਜੋ ਬਹੁਤ ਗਰੀਬੜੇ ਜੇ ਹਨ, ਉਹਨਾਂ ਦੇ ਪੁੱਤਰ ਨਾਲ ਕਰੀ ਸਗਾਈ ਤਨੀਆ ਨਾਥ। ਸਤਿਗੁਰੂ ਜਗਤਨਾਥ ਜੀ ਨੇ ਆਪਣੀ ਧੀ ਬੀਬੀ ਵੀਰੋ ਦੀ ਸਗਾਈ ਕਰ ਦਿੱਤੀ ਹੈ। ਇੱਕ ਗਰੀਬ ਜਿਹਾ ਸਿੱਖ ਹੈ, ਉਹਦੇ ਪੁੱਤਰ ਨਾਲ ਸਗਾਈ ਕਰ ਦਿੱਤੀ ਹੈ। ਸੁਨ ਦਮੋਦਰੀ ਗੁਰ ਟਿਗਿਆਈ। ਇਹ ਗੱਲ ਮਾਤਾ ਦਮੋਦਰੀ ਜੀ ਨੇ ਵੀ ਸੁਣੀ। ਸੁਣ ਕੇ ਮਾਤਾ ਦਮੋਦਰੀ ਜੀ ਗੁਰਦੇਵ ਜੀ ਦੇ ਪਾਸ ਆਏ। ਅਨਿਕ ਪਾਂਤ ਕੀ ਤਰਕ ਉਠਾਈ। ਹੁਣ ਸੁਭਾਵਕ ਸੀ, ਮਾਂ ਨੇ ਆਪਣੀ ਬਿਰਤੀ ਮੁਤਾਬਕ ਗੱਲ ਕਰਨੀ ਸੀ। ਮਾਤਾ ਦਮੋਦਰੀ ਜੀ ਨੇ ਕਈ ਤਰ੍ਹਾਂ ਦੀਆਂ ਤਰਕਾਂ ਕੁਤਰਕਾਂ ਜਿਵੇਂ ਉਹਨਾਂ ਦੇ ਮਨ ਵਿੱਚ ਆਈਆਂ ਉਹ ਕੀਤੀਆਂ। ਕਹਿਤ ਪਈ ਨੈ ਕੀਨ ਵਿਚਾਰ। ਕਹਿਣ ਲੱਗੇ ਮਾਤਾ ਦਮੋਦਰੀ ਜੀ, ਹੇ ਮੇਰੇ ਸਿਰ ਦੇ ਸਾਈਂ ਸੁਆਮੀ ਜੀ, ਤੁਸੀਂ ਕੋਈ ਵਿਚਾਰ ਨਹੀਂ ਕੀਤੀ ਕਿਸੇ ਨਾਲ? ਜੇ ਇਦਾਂ ਦਾ ਕੋਈ ਤੁਸੀਂ ਵੇਖਿਆ, ਘਟੋ ਘੱਟ ਵਿਚਾਰ ਤਾਂ ਕਰਦੇ, ਘਰ ਪਰਿਵਾਰ ਵਿੱਚ ਗੱਲਬਾਤ ਕਰਦੇ। ਪੁੱਤਰੀ ਦੀਨ ਸਰੰਕ ਆਗਾਰ। ਪਤਾ ਨਹੀਂ ਉਹ ਗਰੀਬੜਾ ਸਿੱਖ ਸੀ ਜਿਸ ਨੂੰ ਤੁਸੀਂ ਵੇਖਿਆ ਤੇ ਆਪਣੀ ਧੀ ਉਹਦੇ ਪੁੱਤਰ ਦੇ ਲੜ ਲਾ ਦਿੱਤੀ ਹੈ। ਖੋਜਿਓ ਨਿਜ ਸਮਾਨ ਨੈ ਥਾਨ। ਮਹਾਰਾਜ ਜੀ ਕੋਈ ਖੋਜ ਤਾਂ ਕਰਨੀ ਸੀ। ਹਾਲੇ ਕੱਲ ਰਾਤ ਹੀ ਤੁਹਾਨੂੰ ਬੇਨਤੀ ਕੀਤੀ ਤੇ ਤੁਸੀਂ ਇੰਨੇ ਉਤਾਵਲੇ ਹੋ ਕੇ ਇੰਨੀ ਕਾਹਲ ਕੀਤੀ ਵੀ ਲੱਭਿਆ ਵੀ ਨਹੀਂ ਕੁਝ, ਵੇਖਿਆ ਵੀ ਨਹੀਂ ਕੁਝ, ਕਿਤੇ ਖੋਜ ਨਹੀਂ ਕੀਤੀ। ਧਨੀ ਵਿਸਾਲ ਜੋ ਵਿਦਤ ਜਹਾਨ। ਕਿੰਨੇ ਧਨੀ ਧਨੀ ਲੋਕ ਨੇ ਸੰਸਾਰ 'ਚ ਪ੍ਰਗਟ ਨੇ, ਤੁਹਾਡੇ ਸਿੱਖ ਵੀ ਨੇ, ਉਹਨਾਂ ਦੇ ਜਵਾਨ ਪੁੱਤਰ ਵੀ ਨੇ। ਕਹੇ ਕਾਂ ਪਿਖ ਕੈ ਨਰ ਸਾਰੇ। ਤੇ ਤੁਸੀਂ ਉਹ ਲੋਕ ਨਹੀਂ ਲੱਭਿਆ, ਕੋਈ ਚੰਗਾ ਪਰਿਵਾਰ, ਧਨੀ ਪਰਿਵਾਰ ਨਹੀਂ ਲੱਭਿਆ, ਕੋਈ ਸ਼ਾਹੂਕਾਰ ਪਰਿਵਾਰ ਹੁੰਦਾ ਉਹ ਨਹੀਂ ਲੱਭਿਆ। ਤੇ ਇੱਕ ਗਰੀਬੜਾ ਜਿਹਾ ਸਿੱਖ ਵੇਖ ਕੇ ਉਹਦੇ ਲੜਕੇ ਨਾਲ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ। ਇਹ ਵੇਖ ਕੇ ਲੋਕ ਕੀ ਆਖਣਗੇ, ਲੋਕ ਕੀ ਕਹਿਣਗੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇੱਕ ਗਰੀਬੜੇ ਆਪਣੀ ਧੀ ਜਿਹੜੀ ਇੱਕ ਗਰੀਬ ਦੇ ਪੱਲੇ ਪਾ ਦਿੱਤੀ ਹੈ, ਗਰੀਬ ਦੇ ਲੜ ਲਾ ਦਿੱਤੀ ਹੈ। ਇਦਾਂ ਲੋਕ ਕੀ ਆਖਣਗੇ, ਕੀ ਗੱਲਾਂ ਕਰਨਗੇ? ਆਏ ਸੰਬੰਧੀ ਜਬੇ ਨਿਹਾਰੇ। ਜਦੋਂ ਸਾਡੇ ਰਿਸ਼ਤੇਦਾਰ ਸਰਬੰਧੀ ਆਉਣਗੇ ਵਿਆਹ ਤੇ, ਉਹ ਕੀ ਵੇਖਣਗੇ ਆ ਕੇ? ਉਹ ਆਖਣਗੇ ਨਹੀਂ ਵੀ ਗੁਰੂ ਜੀ ਨੇ ਕੀ ਵੇਖਿਆ ਪਰਿਵਾਰ 'ਚ, ਟੱਬਰ 'ਚ ਕੀ ਤੱਕਿਆ ਹੈ। ਸੁਨ ਸ਼੍ਰੀ ਗੁਰ ਤੈ ਧੀਰਜ ਦੀਨ। ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਧੀਰਜ ਦੇਂਦਿਆਂ ਬੋਲੇ, ਕਹਿਣ ਲੱਗੇ ਸਭ ਤੇ ਅਧਿਕ ਇਸੀ ਕੋ ਚੀਨ। ਕਹਿਣ ਲੱਗੇ ਦਮੋਦਰੀ, ਜਿਹਦੇ ਲੜ ਅਸੀਂ ਆਪਣੀ ਧੀ ਨੂੰ ਲੱਜ ਲਾ ਕੇ ਆਏ ਆ, ਇਹਦੇ ਤੋਂ ਵੱਡਾ, ਇਹਦੇ ਤੋਂ ਵਧੀਆ, ਇਹਦੇ ਤੋਂ ਸਿਆਣਾ, ਇਹਦੇ ਤੋਂ ਸ਼੍ਰੋਮਣੀ ਸਾਨੂੰ ਕੋਈ ਦੂਸਰਾ ਹੋਰ ਨਜ਼ਰ ਹੀ ਨਹੀਂ ਆਇਆ ਪੂਰੇ ਸੰਸਾਰ 'ਚ। ਜਿਹਦੇ ਪੱਲੇ ਗੁਰੂ ਕੀ ਸਿੱਖੀ ਹੋਵੇ, ਉਹਦੇ ਤੋਂ ਵੱਡਾ ਕੌਣ ਹੋ ਸਕਦਾ ਦਮੋਦਰੀ? ਜਿਹਦੇ ਕੋਲ ਗੁਰਸਿੱਖੀ ਹੈ, ਉਹਦੇ ਵਰਗੇ ਤਾਂ ਭਾਗ ਕਿਸੇ ਦੂਜੇ ਦੇ ਹੋ ਹੀ ਨਹੀਂ ਸਕਦੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਕਹਿੰਦੇ ਸਭ ਤੋਂ ਵੱਡੇ ਭਾਗ ਗੁਰੂ ਕੇ ਸਿੱਖਾਂ ਦੇ ਨੇ ਜਿਨ੍ਹਾਂ ਕੋਲ ਗੁਰਸਿੱਖੀ ਹੈ। ਹਾਂਜੀ, ਦਿਨ ਪ੍ਰਤੀ ਆਚੋ ਹੋਏ ਤਬ ਜਾਣੇ। ਇਹ ਦਿਨ ਪ੍ਰਤੀ ਦਿਨ ਜਦੋਂ ਅੱਛੇ ਹੋਣਗੇ, ਭਲੇ ਹੋਣਗੇ, ਫਿਰ ਤੈਨੂੰ ਪਤਾ ਲੱਗੇਗਾ ਕਿ ਅਸੀਂ ਜੋ ਕੀਤਾ ਸਹੀ ਕੀਤਾ ਹੈ। ਅਪਰ ਨ ਪਾਵਤ ਇਸੀ ਸਮਾਨੇ। ਹੋਰ ਕੋਈ ਇਹਦੇ ਸਮਾਨ ਸਾਨੂੰ ਨਜ਼ਰ ਨਹੀਂ ਆਉਂਦਾ। ਸੁਨ ਦਮੋਦਰੀ ਤੂਸ਼ਨ ਹੋਈ। ਸਤਿਗੁਰੂ ਜੀ ਦੇ ਬਚਨ ਸੁਣ ਕੇ ਮਾਤਾ ਜੀ ਚੁੱਪ ਕਰ ਗਏ ਵੀ ਜੇ ਗੁਰਦੇਵ ਇਹ ਕਹਿ ਰਹੇ ਨੇ ਤਾਂ ਫਿਰ ਇਦਾਂ ਹੀ ਹੈ। ਜੋ ਫਿਰ ਇਹ ਕਰ ਆਏ ਨੇ ਸਤ, ਕਿਉਂਕਿ ਮਾਂ ਦੀ ਮਮਤਾ ਸੀ। ਲੋਕਾਂ ਨੇ ਆ ਕੇ ਗੱਲਾਂ ਕੀਤੀਆਂ ਹੋਣਗੀਆਂ, ਮਾਤਾ ਜੀ ਗੁਰੂ ਪਾਤਸ਼ਾਹ ਨੇ ਇੱਕ ਗਰੀਬ ਜਿਹਾ ਸਿੱਖ ਆਇਆ ਸੀ, ਪਾਟੇ ਪੁਰਾਣੇ ਕੱਪੜੇ ਪਾਏ ਸੀ, ਉਹਦਾ ਪੁੱਤਰ ਸੀ ਨਾਲ, ਉਹਨੂੰ ਛੁਹਾਰਾ ਲਾ ਦਿੱਤਾ ਹੈ, ਵੇਖਿਆ ਨਹੀਂ ਕੁਝ। ਮਾਤਾ ਜੀ ਦੇ ਮਨ 'ਚ ਗੱਲ ਆ ਗਈ, ਉਹਨਾਂ ਨੇ ਕਰ ਲਿਆ ਬਚਨ। ਪਰ ਜਦੋਂ 6ਵੇਂ ਪਾਤਸ਼ਾਹ ਨੇ ਕਿਹਾ ਵੀ ਉਹਦੇ ਵਰਗਾ ਹੈ ਹੀ ਨਹੀਂ ਕੋਈ, ਤਾਂ ਸੁਣ ਕੇ ਮਾਤਾ ਜੀ ਦੇ ਮਨ ਦੇ ਵਿੱਚ ਸੰਤੁਸ਼ਟੀ ਆ ਗਈ। ਫਿਰ ਚੁੱਪ ਕਰ ਗਏ, ਕੁਝ ਨਹੀਂ ਬੋਲੇ। ਗੰਗਾ ਸੰਗ ਕਈ ਜਿਮ ਜੋਈ। ਮਾਤਾ ਗੰਗਾ ਜੀ ਦੇ ਨਾਲ ਵੀ ਜੋ ਵੇਖਿਆ ਉਹ ਗੱਲ ਹੋਈ। ਮਾਤਾ ਸੁਨ ਸੁਤ ਬਚ ਵਿਸ਼ਵਾਸਾ। ਮਾਤਾ ਗੰਗਾ ਜੀ ਨੇ ਜਦੋਂ ਸੁਣਿਆ ਕਿ 6ਵੇਂ ਪਾਤਸ਼ਾਹ ਨੇ ਆਹ ਬਚਨ ਕਹੇ
ਉਹਨਾਂ ਨੂੰ ਆਪਣੇ ਪੁੱਤਰ ਦੇ ਬਚਨਾਂ ਤੇ ਪੂਰਨ ਵਿਸ਼ਵਾਸ ਸੀ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਨੇ ਕਿ ਉਹਦੇ ਸਮਾਨ ਕੋਈ ਨਹੀਂ, ਦਿਨ ਪ੍ਰਤੀ ਦਿਨ ਰਹੀਏ ਮਾਇਆ ਦੀ ਗੱਲ ਇਹ ਤਾਂ ਆ ਜਾਏਗੀ ਬੇਅੰਤ, ਪਰ ਵੱਡੀ ਦਾਤ ਉਹਨਾਂ ਕੋਲ ਗੁਰੂ ਘਰ ਦੀ ਸਿੱਖੀ ਹੈ। ਤੋ ਮਾਤਾ ਜੀ ਬਹੁਤ ਖੁਸ਼ ਹੋਏ, ਪ੍ਰਸੰਨ ਹੋਏ, ਉਹਨਾਂ ਨੂੰ ਆਪਣੇ ਲਾਲ ਦੇ ਬਚਨਾਂ ਤੇ ਭਰੋਸਾ ਹੈ। ਨਹੀਂ ਤਰਕ ਹਿਤ ਕਛੂ ਪ੍ਰਕਾਸ਼ਾ। ਮਾਤਾ ਜੀ ਨੇ ਕੋਈ ਤਰਕ ਨਹੀਂ ਕੀਤਾ, ਮਾਤਾ ਗੰਗਾ ਜੀ ਨੇ, ਉਹਨਾਂ ਨੇ ਕੋਈ ਸ਼ੰਕਾ ਕੋਈ ਸਵਾਲ ਨਹੀਂ ਕੀਤਾ। ਉਹਨਾਂ ਆਖਿਆ ਜੋ ਛੇਵੇਂ ਪਾਤਸ਼ਾਹ ਕਰ ਆਏ ਨੇ ਇਹ ਸਹੀ ਹੈ। ਸਭ ਸੁਜਾਨ ਤੇ ਮੈਦ ਸੁਜਾਨਾ। ਸਾਰੇ ਸਿਆਣਿਆਂ ਤੋਂ ਵੱਧ ਸਿਆਣੇ ਗੁਰੂ ਹਰਗੋਬਿੰਦ ਸਾਹਿਬ ਨੇ, ਸਰਬੱਗ ਨੇ। ਅਸੀਂ ਤਲ ਪੱਗ ਜੀਵਾ ਹੁਣ ਦਾ ਹੀ ਦਿਸਦਾ ਸਾਨੂੰ, ਉਹ ਅੱਗੇ ਦਾ ਵੀ ਵੇਖ ਲੈਂਦੇ, ਉਹਨਾਂ ਨੂੰ ਭਵਿੱਖ ਵੀ ਦਿਸਦਾ ਹੈ। ਉਹ ਜਾਣੀ ਜਾਣ ਨੇ, ਤ੍ਰਿਕਾਲਦਰਸ਼ੀ ਨੇ। ਕਲਾ ਨਿਦਾਨ ਪੁੱਤਰ ਕੋ ਜਾਨਾ। ਉਹ ਕਲਾ ਨਿਧਾਨ ਨੇ, ਸਾਰੀਆਂ ਕਲਾਵਾਂ ਦੇ ਮਾਲਕ ਨੇ। ਉਹ ਸਿਆਣਿਆਂ ਵਿੱਚੋਂ ਵੱਧ ਸਿਆਣੇ ਨੇ। ਆਚੀ ਹੋਈ ਕਰੀਐ ਜੈਸੇ। ਜੋ ਉਹਨਾਂ ਨੇ ਕੀਤਾ ਭਲਾ ਹੀ ਕੀਤਾ, ਚੰਗਾ ਹੀ ਕੀਤਾ ਹੈ। ਭਾਈ ਸੋ ਭਾਈ ਫਿਰਤ ਨੈ ਕੈਸੇ। ਨਾਲੇ ਜੋ ਉਹਨਾਂ ਨੇ ਕਰ ਦਿੱਤਾ ਹੈ ਹੁਣ ਉਹੀ ਹੋਵੇਗਾ, ਹੁਣ ਉਹ ਫਿਰ ਨਹੀਂ ਸਕਦਾ। ਜੋ ਛੇਵੇਂ ਪਾਤਸ਼ਾਹ ਕਰ ਦਿੱਤਾ ਹੈ ਹੁਣ ਉਹੀ ਹੋਵੇਗਾ, ਹੁਣ ਇਹ ਨਹੀਂ ਫਿਰ ਸਕਦਾ। ਜਾਨ ਭਲੀ ਮਾਤਾ ਕੀ ਮੌਨ। ਇਹ ਭਲਾ ਜਾਣ ਕੇ ਵੀ ਜੋ ਕਰ ਦਿੱਤਾ ਭਲਾ ਹੀ ਕੀਤਾ ਛੇਵੇਂ ਪਾਤਸ਼ਾਹ ਨੇ, ਇਹ ਭਲਾ ਹੀ ਕਰਦੇ ਨੇ ਹਮੇਸ਼ਾ। ਇਹ ਜਾਣ ਕੇ ਮਾਤਾ ਜੀ ਚੁੱਪ ਰਹੇ। ਮਾਤਾ ਗੰਗਾ ਜੀ ਨਹੀਂ ਕੁਝ ਬੋਲੇ, ਉਹਨਾਂ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ। ਮੰਗਲ ਕਰਤ ਭਾਈ ਨ ਪਾਉਨ। ਘਰ 'ਚ ਖੁਸ਼ੀ ਮਨਾਈ, ਮੰਗਲਾਚਾਰ ਕੀਤੇ, ਦੇਗਾਂ ਤਿਆਰ ਕਰਕੇ ਗੁਰੂ ਦਰਬਾਰ 'ਚ ਭੇਟਾਂ ਕੀਤੀਆਂ, ਮਠਿਆਈ ਵੰਡੀ ਕਿ ਵੀਰੋ ਦਾ ਸ਼ਗਨ ਹੋ ਗਿਆ। ਪ੍ਰਾਤ ਉਠੇ ਸਤਿਗੁਰ ਹਰਿ ਖਾਏ। ਸਤਿਗੁਰੂ ਜੀ ਏਦਾਂ ਰਾਤ ਬੀਤ ਗਈ, ਅਗਲੇ ਦਿਨ ਪਾਤਸ਼ਾਹ ਜੀ ਉੱਠੇ ਹਨ। ਚੜ ਤੋ ਰੰਗ ਪਰ ਵੈਰ ਸਿਧਾਏ। ਗੁਰਦੇਵ ਜੀ ਘੋੜੇ ਤੇ ਸਵਾਰ ਹੋਏ ਤੇ ਸ਼ਿਕਾਰ ਖੇਡਣ ਵਾਸਤੇ ਚੱਲ ਪਏ। ਸੁਪੱਟ ਚੜੇ ਗਨ ਗਏ ਅਖੀਰ। ਬਹੁਤ ਸਾਰੇ ਸੂਰਮੇ ਯੋਧੇ ਮਹਾਰਾਜ ਜੀ ਦੇ ਨਾਲ ਚੜੇ ਨੇ ਸ਼ਿਕਾਰ ਤੇ। ਇਤੇ ਉਤ ਕਾਨਨ ਮੈਂ ਫਿਰ ਜੰਗਲ ਵਿੱਚ ਫਿਰੇ, ਇੱਧਰ ਉੱਧਰ ਸ਼ਿਕਾਰ ਦੀ ਭਾਲ ਕਰਦਿਆਂ। ਛੋਰੇ ਬਾਜ ਪੰਛੀਆਂ ਪਾਛੇ। ਜਦੋਂ ਕੋਈ ਬਟੇਰਾ, ਕੋਈ ਤਿੱਤਰ, ਏਦਾਂ ਕਹਦੇ ਵੱਖੋ ਵੱਖਰੇ ਸੁਰਖਾਬ ਆਦਿਕ ਪੰਛੀ ਹੁੰਦੇ ਉਹ ਦਿਸਦੇ, ਉਹਨਾਂ ਉੱਤੇ ਆਪਣਾ ਬਾਜ ਛੱਡ ਦਿੰਦੇ ਮਹਾਰਾਜ ਜੀ ਚਪਟ ਕਰਨ ਲਈ, ਸ਼ਿਕਾਰ ਕਰਨ ਲਈ। ਚੀਤੇ ਤਾਏ ਮ੍ਰਿਗਨ ਦਿਸ਼ ਗਾਛੇ। ਚੀਤੇ, ਉਹ ਮਹਾਰਾਜ ਜੀ ਨੇ ਸ਼ਿਕਾਰੀ ਚੀਤੇ ਵੀ ਪਹਿਲਾਂ ਪਾਲੇ ਜਾਂਦੇ ਵੱਡੇ ਵੱਡੇ ਰਾਜਿਆਂ ਬਾਦਸ਼ਾਹਾਂ ਵੱਲੋਂ ਸ਼ਿਕਾਰ ਕਰਨ ਵਾਸਤੇ, ਕਿਉਂਕਿ ਚੀਤੇ ਬਹੁਤ ਤੇਜ਼ੀ ਨਾਲ ਦੌੜਦੇ ਨੇ, ਉਹਨਾਂ ਦੀ ਚਾਲ ਦੌੜ ਬੜੀ ਤੇਜ਼ੀ ਨਾਲ ਹੁੰਦੀ। ਹਿਰਨ ਵੇਖੇ, ਹਿਰਨ ਬੜਾ ਤੇਜ਼ ਦੌੜਦੇ ਐ। ਉਹਨਾਂ ਨੇ ਚੀਤੇ ਰੱਖੇ ਹੋਏ ਮਹਾਰਾਜ ਜੀ ਨੇ, ਸ਼ਿਕਾਰੀ ਕੁੱਤੇ ਰੱਖੇ ਹੋਏ, ਉਹ ਛੱਡੇ ਉਹਨਾਂ ਪਿੱਛੇ ਸ਼ਿਕਾਰ ਕਰਨ ਲਈ। ਸਵਾਨ ਵਿਸਾਲ ਸ਼ੂਕਰਨ ਦੋਰੇ। ਔਰ ਕਹਿੰਦੇ ਜਿਹੜੇ ਵੱਡੇ ਵੱਡੇ ਸ਼ਿਕਾਰੀ ਕੁੱਤੇ ਨੇ ਉਹ ਜੰਗਲੀ ਸੂਰਾਂ ਦਾ ਸ਼ਿਕਾਰ ਕਰਨ ਵਾਸਤੇ, ਜਿਹੜੇ ਜੰਗਲ 'ਚ ਸੂਰ ਹੁੰਦੇ ਸ਼ਿਕਾਰੀ, ਉਹਨਾਂ ਦਾ ਸ਼ਿਕਾਰ ਕਰਨ ਵਾਸਤੇ ਛੱਡੇ ਹਨ। ਘੇਰ ਘੇਰ ਹੱਥ ਕਰ ਤਿੰਨ ਬੌਰੇ। ਉਹ ਘੇਰ ਘੇਰ ਕੇ ਲਿਆਉਂਦੇ ਜੰਗਲੀ ਸੂਰਾਂ ਨੂੰ, ਜੰਗਲੀ ਹਿਰਨਾਂ ਨੂੰ, ਔਰ ਸ਼ਿਕਾਰ ਖੇਡਦੇ ਹਨ। ਲਗਰ ਝਗਰ ਜੁਰ ਰੋਗਨ ਸ਼ਿਕਰੇ। ਮਹਾਰਾਜ ਜੀ ਦੇ ਕੋਲ ਜਿਹੜੇ ਸ਼ਿਕਾਰੀ ਪੰਛੀ ਨੇ, ਬਾਜਾਂ ਦੀਆਂ ਨਾ ਕਈ ਕਿਸਮਾਂ ਹੁੰਦੀਆਂ, ਉਹਨਾਂ ਚੋਂ ਇੱਕ ਕਿਸਮ ਹੁੰਦੀ ਉਹਨੂੰ ਕਹਿੰਦੇ ਨੇ ਲਗਰ, ਦੂਜਾ ਹੁੰਦਾ ਝਗਰ, ਤੀਜੇ ਹੁੰਦੇ ਜ਼ੁਰਰੇ, ਬਾਸ਼ੇ, ਸ਼ਾਹੀਨ। ਏਦਾਂ ਬਾਜਾਂ ਦੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ। ਸ਼ਿਕਰੇ, ਸ਼ਿਕਰਾ ਇੱਕ ਇਹੋ ਜਿਹਾ ਬੜਾ ਫੁਰਤੀਲਾ ਪੰਛੀ ਹੁੰਦਾ ਬਾਜ। ਇਹ ਆਕਾਰ ਕਰਕੇ ਛੋਟਾ ਹੁੰਦਾ ਪਰ ਬਹੁਤ ਤੇਜ਼ੀ ਨਾਲ ਸ਼ਿਕਾਰ ਤੇ ਝਪਟ ਮਾਰਦਾ। ਕਹਿੰਦੇ ਇਹ ਪੰਛੀ ਹਨ। ਬੈਰੀ ਉਡਤ ਖਗਨ ਕੋ ਪਕਰੇ। ਬੈਰੀ, ਇਹ ਵੀ ਬਾਜ ਸ਼ਿਕਾਰੀ ਪੰਛੀ ਹੈ ਇੱਕ ਤਰ੍ਹਾਂ ਦਾ। ਕਹਿੰਦੇ ਉੱਡਦੇ ਹੋਏ ਪੰਛੀਆਂ ਨੂੰ ਝਪਟ ਮਾਰ ਕੇ ਸ਼ਿਕਾਰ ਕਰਦੇ ਨੇ। ਰਾਜ ਰਿਖੀਆਂ ਸਮ ਖੇਲ ਅਖੇਰੇ। ਪੁਰਾਣੇ ਵੇਲਿਆਂ 'ਚ ਨਾ ਰਾਜ ਰਿਸ਼ੀ, ਇੱਕ ਰਿਸ਼ੀ ਹੁੰਦੇ ਸੀ, ਇੱਕ ਰਾਜ ਰਿਸ਼ੀ ਹੁੰਦੇ ਸੀ। ਜਿਹੜੇ ਰਾਜ ਰਿਸ਼ੀ ਹੁੰਦੇ ਉਹ ਸ਼ਿਕਾਰ ਵੀ ਖੇਡਦੇ ਸੀ, ਨਾਲੇ ਰਿਸ਼ੀ ਤੇ ਨਾਲੇ ਰਾਜ ਰਿਸ਼ੀ। ਕਹਿੰਦੇ ਰਾਜ ਰਿਸ਼ੀਆਂ ਵਾਂਗੂ ਗੁਰੂ ਹਰਗੋਬਿੰਦ ਸਾਹਿਬ ਸ਼ਿਕਾਰ ਖੇਡਦੇ ਨੇ, ਕਿਉਂਕਿ ਛੇਵੇਂ ਪਾਤਸ਼ਾਹ ਰਾਜੇ ਵੀ ਨੇ
ਤੇ ਛੇਵੇਂ ਪਾਤਸ਼ਾਹ ਜੋਗੀ ਵੀ ਨੇ। ਤਦੇ ਭੱਟਾਂ ਨੇ ਕਿਹਾ ਰਾਜ ਜੋਗ ਜਿਨ ਮਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ। ਜਿਨ੍ਹਾਂ ਰਾਜ ਤੇ ਯੋਗ ਦੋਨਾਂ ਨੂੰ ਮਾਣਨਾ ਜਾਣਨਾ ਕੀਤਾ, ਤੋ ਛੇਵੇਂ ਪਾਤਸ਼ਾਹ ਜੀ ਰਾਜ ਰਿਖੀ ਦੇ ਸਮਾਨ ਸ਼ਿਕਾਰ ਖੇਡਦੇ ਨੇ। ਬਨ ਵਿਚਰਨ ਮੁਦ ਪਾਈ ਬਡੇਰੇ, ਜੰਗਲ 'ਚ ਵਿਚਰਦੇ ਬਹੁਤ ਖੁਸ਼ ਹੁੰਦੇ। ਪੁਰ ਮੁਰ ਆਏ ਗੁਰ ਉਰ ਹਰਕਤ, ਸ਼ਿਕਾਰ ਖੇਡ ਕੇ ਨਾ ਬਹੁਤ ਸਾਰੇ ਭਾਂਤ ਭਾਂਤ ਦੇ ਜਾਨਵਰਾਂ ਨੂੰ ਮਾਰ ਕੇ ਨਾਲ ਲੈ ਕੇ ਸਤਿਗੁਰੂ ਨਾਲ ਸ਼ਿਕਾਰਾਂ ਨੂੰ ਵਾਪਸ ਨਗਰ ਵਿੱਚ ਆਏ। ਆਯੁਧ ਵਿਦਿਆ ਸੁਭਟਨ ਪਰਖਤ, ਫਿਰ ਮਹਾਰਾਜ ਜੀ ਹੁਣ ਸ਼ਸਤਰਧਾਰੀ ਯੋਧਿਆਂ ਦੀ ਵਿਦਿਆ ਵੇਖਦੇ, ਉਹਨਾਂ ਨੂੰ ਮਹਾਰਾਜ ਜੀ ਅਭਿਆਸ ਕਰਾਉਂਦੇ। ਕਹਿੰਦੇ ਕਰੋ ਭਾਈ ਸ਼ਸਤਰਾਂ ਦਾ ਅਭਿਆਸ। ਕਰਤ ਸ਼ਿਕਾਰ ਤੁਫੰਗ ਪ੍ਰਹਾਰੀ, ਕਿਉਂਕਿ ਸ਼ਿਕਾਰ ਖੇਡਣ ਵੇਲੇ ਸ਼ਸਤਰਾਂ ਦਾ ਅਭਿਆਸ ਹੁੰਦਾ। ਮਹਾਰਾਜ ਜੀ ਕਹਿੰਦੇ ਭਾਈ ਬੰਦੂਕ ਚਲਾਓ, ਨਿਸ਼ਾਨਾ ਲਾਓ ਸਾਹਮਣੇ। ਨਿਸ਼ਾਨਾ ਲਾਉਂਦੇ ਜਾਨਵਰ ਨੂੰ ਮਾਰਦੇ, ਕਦੇ ਤੀਰ ਦੇ ਨਾਲ, ਕਦੇ ਤਲਵਾਰ ਨਾਲ, ਕਦੇ ਨੇਜੇ ਨਾਲ। ਇਦਾਂ ਸ਼ਸਤਰਾਂ ਦਾ ਅਭਿਆਸ ਤਾਂ ਖਾਲਸਾ ਜੀ ਸ਼ਿਕਾਰ ਖੇਡ ਕੇ ਹੀ ਹੋਣਾ ਸੀ। ਹਾਂਜੀ। ਕੋ ਪਟ ਕਰ ਗਏ ਖੜਗ ਸੰਘਾਰੇ, ਕਈ ਸੂਰਮੇ ਤਲਵਾਰ ਢਾਲ ਲੈ ਕੇ ਜਾ ਕੇ ਜਾਨਵਰਾਂ ਦਾ ਸ਼ਿਕਾਰ ਕਰਕੇ ਮਾਰਦੇ। ਤੋਮਰ ਤੀਰਨ ਤੂਰਨ ਤਾਤਰ, ਕੋਈ ਬਰਛੀ ਨਾਲ ਮਾਰਦਾ, ਕੋਈ ਤੀਰ ਕਮਾਨ ਲੈ ਕੇ ਤੀਰ ਨਾਲ ਮਾਰਦਾ। ਕਰੇ ਦਿਖਾਵਨ ਚਾਤੁਰ ਤਾਤਰ, ਬੜੀ ਫੁਰਤੀ ਦੇ ਨਾਲ ਜਿੰਨੇ ਮਹਾਰਾਜ ਜੀ ਦੇ ਯੋਧੇ ਨੇ ਉਹ ਸ਼ਿਕਾਰ ਖੇਡਦੇ, ਸ਼ਸਤਰ ਚਲਾ ਕੇ ਵਿਖਾਉਂਦੇ। ਪੈਂਦੇ ਖਾਨ ਵੀਰ ਬਲ ਰਾਸੇ, ਮਹਾਰਾਜ ਜੀ ਦਾ ਸੂਰਮਾ ਯੋਧਾ ਪੈਂਦੇ ਖਾਨ ਜੋ ਬੜਾ ਵੀਰ ਬਲੀ ਤੇ ਯੋਧਾ ਹੈ। ਆਯੁਧ ਵਿਦਿਆ ਕੋ ਅਭਿਆਸੇ, ਪੈਂਦੇ ਖਾਨ ਵੀ ਬੜਾ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਹੈ। ਕੀਤਕ ਦਿਨ ਬੀਤੇ ਇਸ ਰੀਤ, ਇਸੇ ਤਰ੍ਹਾਂ ਰੋਜ਼ਾਨਾ ਦੀ ਇਹ ਨਿਤ ਕਿਰਿਆ ਸਾਹਿਬ ਦੀ ਹੁੰਦੀ। ਸ਼ਿਕਾਰ ਤੇ ਚੜ੍ਹਦੇ, ਦੀਵਾਨ ਸਜਾਉਂਦੇ, ਕਥਾ ਕੀਰਤਨ ਹੁੰਦਾ, ਸ਼ਸਤਰ ਵਿਦਿਆ ਦਾ ਅਭਿਆਸ ਹੁੰਦਾ, ਗੁਰਸਿੱਖਾਂ ਨਾਲ ਬਚਨ ਬਿਲਾਸ ਹੁੰਦੇ। ਇਹ ਸਾਰੇ ਕੰਮ ਕਰਦਿਆਂ ਸਮਾਂ ਬੀਤਿਆ। ਹਾਂਜੀ। ਸ਼੍ਰੀ ਹਰਿ ਗੋਬਿੰਦ ਪਤਿਤ ਪੁਨੀਤ, ਪਤਿਤਾਂ ਨੂੰ ਪੁਨੀਤ ਤੇ ਪਵਿੱਤਰ ਕਰਨ ਵਾਲੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਮੇਂ ਪ੍ਰਸੂਤ ਹੋਣ ਕੋ ਹੋਆ, ਕਹਿੰਦੇ ਸਮਾਂ ਆ ਗਿਆ। ਸਮਾਂ ਕੀ ਆਇਆ? ਜਗਤ ਮਾਤਾ ਮਾਤਾ ਨਾਨਕੀ ਜੀ ਦੇ ਪ੍ਰਸੂਤਾ ਹੋਣ ਦਾ ਸਮਾਂ ਆਇਆ। ਤਾਇਨ ਕੋ ਬੁਲਾਈ ਗਨ ਜੂਆ, ਤਾਇਨ ਕਹਿੰਦੇ ਨੇ ਦਾਈਆਂ ਦਾਸੀਆਂ, ਉਹ ਆਈਆਂ ਇਕੱਤਰ ਹੋ ਕੇ। ਸਦਨ ਵਿਖੇ ਗਨ ਦੀਪਕ ਬਾਰੇ, ਗੁਰੂ ਕੇ ਮਹਿਲਾਂ ਵਿੱਚ ਖੁਸ਼ੀਆਂ ਉਤਰਦੀਆਂ ਹਨ, ਤੋ ਗੁਰੂ ਮਹਿਲਾਂ ਦੇ ਵਿੱਚ ਦੀਵੇ ਬਾਲੇ ਗਏ ਪ੍ਰਕਾਸ਼ ਕਰਨ ਵਾਸਤੇ। ਦਾਸੀ ਉਤਲਾਵਤ ਗਤ ਤਾਰੇ, ਜਿੰਨੀਆਂ ਗੁਰੂ ਮਹਿਲਾਂ ਦੀਆਂ ਦਾਸੀਆਂ ਸਨ ਉਹ ਬੜੀ ਕਾਹਲੀ ਨਾਲ ਸੇਵਾ ਵਿੱਚ ਲੱਗੀਆਂ ਹੋਈਆਂ ਨੇ। ਜਨਮ ਨਾਨਕੀ ਤੇ ਤਬਲੀਨ, ਜਗਤ ਮਾਤਾ ਮਾਤਾ ਨਾਨਕੀ ਜੀ ਦੇ ਉਦਰ ਤੋਂ ਇੱਕ ਮਹਾਨ ਤੇਜਸਵੀ ਤਤਵੇਤਾ ਬਾਲਕ ਨੇ ਜਨਮ ਲਿਆ। ਸੁਨ ਸੁਤ ਪਇਓ ਸਬਨ ਮੁਦ ਕੀਨ, ਬਾਹਰ ਆ ਕੇ ਦਾਈ ਨੇ ਵਧਾਈ ਦਿੱਤੀ ਮਾਤਾ ਜੀ ਨੂੰ, ਮਾਤਾ ਗੰਗਾ ਜੀ ਨੂੰ, ਛੇਵੇਂ ਪਾਤਸ਼ਾਹ ਨੂੰ ਵਧਾਈਆਂ ਹੋਵਣ ਸਾਹਿਬ। ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਜਨਮ ਹੋਇਆ। ਸਤਿ ਸ੍ਰੀ ਅਕਾਲ। ਗੰਗਾ ਕਰਤ ਮੰਗਲਾਚਾਰ, ਮਾਤਾ ਗੰਗਾ ਜੀ ਮੰਗਲਾਚਾਰ ਕਰਦੇ ਗੁਰੂ ਪਾਤਸ਼ਾਹ ਦੇ ਗ੍ਰਹਿ ਵਿਖੇ ਚੌਥੇ ਸਾਹਿਬਜ਼ਾਦੇ ਨੇ ਜਨਮ ਲਿਆ। ਤਿੰਨ ਸਾਹਿਬਜ਼ਾਦਿਆਂ ਦਾ ਤੇ ਬੀਬੀ ਵੀਰੋ ਜੀ ਦਾ ਜਨਮ ਹੋ ਚੁੱਕਾ ਹੈ। ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬੀਬੀ ਵੀਰੋ ਜੀ ਦਾ ਜਨਮ ਹੋ ਚੁੱਕਾ। ਹੁਣ ਚੌਥੇ ਸਾਹਿਬਜ਼ਾਦੇ ਦਾ ਜਨਮ ਹੋਇਆ। ਬੜੀਆਂ ਖੁਸ਼ੀਆਂ, ਬੜੀਆਂ ਵਧਾਈਆਂ ਗੁਰੂ ਘਰ ਚ ਵੱਜੀਆਂ। ਮਾਤਾ ਗੰਗਾ ਨੇ ਬੜੀਆਂ ਖੁਸ਼ੀਆਂ ਮਨਾਈਆਂ। ਹਿਰਦੇ ਮੁਦਤ ਬ੍ਰਿਦਤ ਪਰਵਾਰ, ਕਹਿੰਦੇ ਹਿਰਦੇ ਚ ਖੁਸ਼ੀ ਜੋ ਪੰਜਵੇਂ ਪਾਤਸ਼ਾਹ ਨੇ ਬਚਨ ਕਹੇ ਸੀ, ਵਧੀ ਵੇਲ ਬੋ ਪੀੜੀ ਚਾਲੀ, ਉਹ ਬਚਨ ਫਲੀ ਭੂਤ ਨੇ। ਗੁਰੂ ਬੰਸ ਵੱਧ ਫੁੱਲ ਰਿਹਾ। ਪੋਰ ਹੋਤ ਲਗੂ ਦੁੰਦਪ ਤਰੇ, ਕਹਿੰਦੇ ਅੰਮ੍ਰਿਤ ਵੇਲੇ ਜਨਮ ਹੋਇਆ ਬਾਲਕ ਦਾ, ਤੇ ਦਿਨ ਚੜ੍ਹਦਿਆਂ ਤਾਈਂ ਬਾਹਰ ਦਰਵਾਜ਼ੇ ਤੇ ਛੋਟੇ ਨਗਾਰੇ। ਇਹ ਉਸ ਵੇਲੇ ਦਾ ਖੁਸ਼ੀ ਜ਼ਾਹਰ ਕਰਨ ਦਾ ਇੱਕ ਸੰਕੇਤ ਸੀ ਕਿ ਛੋਟੇ ਨਗਾਰੇ ਰੱਖ ਦਿੱਤੇ ਜਾਂਦੇ ਬਾਹਰ, ਉਹਨਾਂ ਤੇ ਨਗਾਰਿਆਂ ਤੇ ਚੋਭਾਂ ਮਾਰੀਆਂ ਜਾਂਦੀਆਂ।
ਸਾਰੇ ਇਲਾਕੇ 'ਚ ਪਤਾ ਲੱਗ ਜਾਂਦਾ, ਨਗਰ 'ਚ ਵੀ ਇਸ ਘਰ 'ਚ ਖੁਸ਼ੀ ਹੈ। ਬਾਜਤ ਸੁਨਤ ਸਬਨ ਮੁਦ ਭਰੇ ਜਿਨ੍ਹਾਂ ਜਿਨ੍ਹਾਂ ਨਗਾਰਿਆਂ ਦੀ ਆਵਾਜ਼ ਸੁਣੀ ਸਭ ਦੇ ਹਿਰਦੇ 'ਚ ਖੁਸ਼ੀ ਤੇ ਆਨੰਦ ਹੈ। ਮੰਗਤ ਜਨ ਉਤਲਾਵਤ ਆਏ ਬਹੁਤ ਸਾਰੇ ਮੰਗਤੇ ਜਨ ਕਾਹਲੀ ਨਾਲ ਚੱਲ ਕੇ ਆਏ ਦਾਨ ਲੈਣ ਲਈ। ਮਾਤ ਗੰਗ ਕੈ ਦਰਬ ਦਿਵਾਏ ਮਾਤਾ ਗੰਗਾ ਜੀ ਨੂੰ ਆ ਕੇ ਕਹਿੰਦੇ, ਮਾਤਾ ਜੀ ਵਧਾਈ ਦਿਓ ਸਾਨੂੰ, ਤੁਹਾਡੇ ਘਰ ਪੋਤਰੇ ਦਾ ਜਨਮ ਹੋਇਆ। ਮਾਤਾ ਜੀ ਸਭ ਨੂੰ ਮਾਇਆ ਦੇ ਗੱਫੇ ਦਬਾਉਂਦੇ। ਨਰ ਨਾਰੀ ਗਨ ਦੀਤ ਬਧਾਈ ਬਹੁਤ ਸਾਰੇ ਨਰ ਨਾਰੀਆਂ ਇਕੱਤਰ ਹੋ ਕੇ ਆਉਂਦੇ ਤੇ ਵਧਾਈਆਂ ਦਿੰਦੇ ਨੇ। ਲਿਆਏ ਦੂਬ ਗੁਰ ਟਿਗੇ ਅਰ ਪਾਈ ਔਰ ਕਈ ਇਸਤਰੀਆਂ ਉਹ ਹਰੇ ਰੰਗ ਦੇ ਘਾਹ ਦੀਆਂ ਨਾ ਗੁੱਛੀਆਂ ਜੀਆਂ ਵੱਟ ਕੇ ਆਉਂਦੀਆਂ ਮਹਾਰਾਜ ਜੀ ਦੇ ਮਹਿਲਾਂ ਤੇ ਦਾਨ ਲੈਣ ਵਾਸਤੇ। ਉਹ ਹਰਿਆਵਲ ਜਿਹੜੀ ਹੈ ਖੁਸ਼ੀ ਦਾ ਸੰਕੇਤ ਹੁੰਦਾ। ਉਹ ਖੁਸ਼ੀ ਜ਼ਾਹਰ ਕਰਦੀਆਂ ਆਉਂਦੀਆਂ ਦਾਨ ਲੈਣ ਲਈ। ਉਤਸਵ ਕਰਬੇ ਕੀਜੇ ਰੀਤ ਜਿੰਨੇ ਉਤਸਵ ਕਰਨ ਦੀ ਰੀਤ ਹੁੰਦੀ ਸਭ ਗੰਗਾ ਕਰਵਾਏ ਸੁਪ੍ਰੀਤ। ਮਾਤਾ ਗੰਗਾ ਜੀ ਨੇ ਬੜੇ ਪ੍ਰੇਮ ਨਾਲ ਉਹ ਸਾਰੇ ਉਤਸਵ ਪੋਤਰੇ ਦੇ ਜਨਮ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਮਨਾਈਆਂ ਗੁਰੂ ਘਰ ਵਿੱਚ। ਬ੍ਰਿਧ ਸੰਮਤ ਹੋਏ ਨਾਮ ਵਿਚਾਰਾ ਛੇਵੇਂ ਪਾਤਸ਼ਾਹ ਜੀ ਦੇ ਪਾਸ ਬਾਬਾ ਬੁੱਢਾ ਸਾਹਿਬ ਜੀ ਬੈਠੇ। ਉਹਨਾਂ ਨਾਲ ਮਹਾਰਾਜ ਜੀ ਸਲਾਹ ਕਰਦੇ, ਸੰਮਤ ਕਹਿੰਦੇ ਨੇ ਵਿਚਾਰ ਕਰਦੇ। ਬਾਬਾ ਬੁੱਢਾ ਸਾਹਿਬ ਜੀ ਨਾਲ ਬਚਨ ਕਰਦਿਆਂ ਕਹਿੰਦੇ, ਬਾਬਾ ਜੀ ਸਾਹਿਬਜ਼ਾਦਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਖਸ਼ਿਆ ਨਾਮਕਰਨ ਕਰਨਾ, ਦੱਸਿਓ ਵੀ ਨਾਮ ਕੀ ਰੱਖੀਏ। ਇਦਾਂ ਵਿਚਾਰ ਕਰਦੇ ਬਾਬਾ ਜੀ ਨਾਲ ਬੈਠਿਆਂ ਤੇ ਵਿਚਾਰ ਕਰਕੇ ਅਟਲ ਰਾਏ ਤਬ ਗੁਰੂ ਉਚਾਰਾ ਗੁਰਦੇਵ ਜੀ ਨੇ ਆਪਣੇ ਚੌਥੇ ਸਾਹਿਬਜ਼ਾਦੇ ਦਾ ਨਾਮਕਰਨ ਕੀਤਾ ਔਰ ਨਾਮ ਰੱਖਿਆ ਧੰਨ ਧੰਨ ਬਾਬਾ ਅਟਲ ਰਾਏ ਜੀ। ਬਾਬਾ ਅਟਲ ਜੀ ਜਿਨ੍ਹਾਂ ਨੂੰ ਸਾਰੀ ਸੰਗਤ ਕਹਿੰਦੀ ਬਾਬਾ ਅਟਲ ਜੀ ਪੱਕੀਆਂ ਪਕਾਈਆਂ ਘੱਲ ਜੀ। ਬਾਬਾ ਅਟਲ ਰਾਏ ਜੀ ਅੱਗੇ ਕਥਾ ਆਵੇਗੀ। ਖਾਲਸਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੋਤਵਾਲ ਨੇ ਬਾਬਾ ਅਟਲ ਰਾਏ ਸਾਹਿਬ। ਥਾਣੇਦਾਰ ਹੁੰਦਾ ਨਾ ਜਿਵੇਂ ਉਹ ਮਾਲਕ ਹੁੰਦਾ ਆਪਣੇ ਇਲਾਕੇ ਦਾ, ਤੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੋਤਵਾਲ ਨੇ ਬਾਬਾ ਅਟਲ ਰਾਏ ਸਾਹਿਬ। ਜਦੋਂ ਤੱਕ ਬਾਬਾ ਅਟਲ ਰਾਏ ਜੀ ਦੇ ਦਰਬਾਰ 'ਚ ਜਾ ਕੇ ਨਮਸਕਾਰ ਨਾ ਕਰੀ ਉਦੋਂ ਤੱਕ ਅੰਮ੍ਰਿਤਸਰ ਸ਼ਹਿਰ 'ਚ ਹਾਜ਼ਰੀ ਨਹੀਂ ਲੱਗਦੀ। ਅਕਸਰ ਅਸੀਂ ਦਰਬਾਰ ਸਾਹਿਬ ਨਮਸਕਾਰ ਜਾਣੇ ਕਰਕੇ ਛੇਤੀ ਛੇਤੀ ਪਰਤਦੇ ਆਂ, ਪਰ ਯਤਨ ਕਰਨਾ ਚਾਹੀਦਾ ਕਿ ਜਦੋਂ ਤੱਕ ਥਾਣੇ 'ਚ ਹਾਜ਼ਰੀ ਲੱਗੂ ਤਾਂ ਪੂਰੀ ਹੋਵੇਗੀ। ਪਿੱਛੇ ਜੀ ਜਦੋਂ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਹੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ, ਉਹਨਾਂ ਦੀ ਜਦੋਂ ਤਾਜਪੋਸ਼ੀ ਸੀ ਦਾਸ ਉੱਥੇ ਹਾਜ਼ਰ ਸੀ ਤੇ ਸੱਚਖੰਡ ਵਾਸੀ ਮਹਾਂਪੁਰਖ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜੋ ਪਿਛਲੇ ਦਿਨ ਹੀ ਸੱਚਖੰਡ ਜਾ ਬਿਰਾਜੇ, ਬਹੁਤ ਮਹਾਰਾਜ ਜੀ ਦੀ ਭੈ ਭਾਵਨੀ ਵਿੱਚ ਉਹਨਾਂ ਨੇ ਸੇਵਾ ਕੀਤੀ। ਜਦੋਂ ਸਾਰੇ ਦਰਬਾਰ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਦਸਤਾਰਬੰਦੀ ਹੋਈ, ਦਰਬਾਰ ਸਾਹਿਬ ਹੁਕਮਨਾਮਾ ਹੋਇਆ, ਸਾਰੇ ਸਥਾਨਾਂ ਤੇ ਦਰਸ਼ਨ ਕਰਨ ਤੋਂ ਬਾਅਦ ਫਿਰ ਬਾਬਾ ਅਟਲ ਜੀ ਦੇ ਆਏ। ਤੋ ਬਾਬਾ ਅਟਲ ਜੀ ਦੇ ਜਾ ਕੇ ਜਦੋਂ ਹਾਜ਼ਰੀ ਭਰੀ ਉੱਥੇ ਵੀ ਅਰਦਾਸ ਬੇਨਤੀ ਹੋਈ, ਹੁਕਮਨਾਮਾ ਹੋਇਆ। ਤੋ ਮੈਂ ਪੁੱਛਿਆ ਸਿੰਘ ਸਾਹਿਬ ਜੀ ਵੀ ਇੱਥੇ ਆਉਣ ਦੀ ਕੀ ਮਰਿਆਦਾ ਹੈ? ਉਹਨਾਂ ਆਖਿਆ ਗਿਆਨੀ ਜੀ ਜਦੋਂ ਤੱਕ ਥਾਣੇ 'ਚ ਹਾਜ਼ਰੀ ਨਾ ਲੱਗੇ ਉਦੋਂ ਤੱਕ ਹਾਜ਼ਰੀ ਪ੍ਰਵਾਨ ਨਹੀਂ ਹੁੰਦੀ। ਬਾਬਾ ਅਟਲ ਰਾਏ ਜੀ ਕੋਤਵਾਲ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ, ਇੱਥੇ ਹਾਜ਼ਰੀ ਜ਼ਰੂਰ ਲਵਾਣੀ ਪੈਂਦੀ ਹੈ ਮਹਾਰਾਜ। ਤੁਹਾਡੀ ਨਗਰੀ ਵਿੱਚ ਜਿੱਥੇ ਤੁਹਾਡਾ ਪਹਿਰਾ ਕੋਤਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਹੋਈ ਹੈ, ਕਹਿੰਦੇ ਇਸ ਕਰਕੇ ਇੱਥੇ ਹਾਜ਼ਰੀ ਪੁਰਾਤਨ ਸਮੇਂ ਤੋਂ ਲੱਗਦੀ। ਤੋ ਬੜੀ ਉੱਚੀ ਅਵਸਥਾ ਦੇ ਮਾਲਕ ਬਾਬਾ ਅਟਲ ਰਾਏ ਜੀ, 9 ਮੰਜ਼ਲੀ ਉੱਚੀ ਇਮਾਰਤ ਹੈ ਮਹਾਂਪੁਰਖਾਂ ਦੀ। ਤੋ ਮਹਾਰਾਜ ਜੀ ਨੇ ਬਚਨ ਕੀਤਾ ਸੀ ਵੀ ਸਭ ਤੋਂ ਉੱਚਾ ਬੂੰਗਾ ਹੋਵੇਗਾ ਬਾਬਾ ਅਟਲ ਜੀ ਦਾ ਸ੍ਰੀ ਅੰਮ੍ਰਿਤਸਰ ਸਾਹਿਬ। ਉਹ 9 ਮੰਜ਼ਲੀ ਕਿਉਂਕਿ 9 ਸਾਲ ਦੀ ਉਮਰ 'ਚ ਹੀ ਬਾਬਾ ਜੀ ਸੱਚਖੰਡ ਗਏ ਬਾਬਾ ਅਟਲ ਰਾਏ ਜੀ। ਤੋ 9 ਮੰਜ਼ਲੀ ਬੂੰਗਾ ਉਹਨਾਂ ਮਹਾਂਪੁਰਖਾਂ ਦਾ। ਤੋ ਬਾਬਾ ਅਟਲ ਜੀ ਉਹਨਾਂ ਦਾ ਜਨਮ ਹੋਇਆ ਤੇ ਨਾਮ ਸਤਿਗੁਰੂ 6ਵੇਂ ਪਾਤਸ਼ਾਹ ਨੇ ਰੱਖਿਆ ਅਟਲ ਰਾਏ ਜੀ। ਅਟਲ ਸਮਾਧ ਕਰਤ ਏ ਰਹਿਓ। ਮਹਾਰਾਜ ਜੀ ਕਹਿੰਦੇ ਕੋਈ ਸਧਾਰਨ ਬਾਲਕ ਨਹੀਂ ਹੈ, ਇਹਨੇ ਅਟਲ ਸਮਾਧੀ ਲਾ ਕੇ ਰੱਖੀ ਪੂਰਬਲੇ ਜਨਮਾਂ 'ਚ।
ਅਟਲ ਸਮਾਧੀ ਲਾ ਕੇ ਰਹੇ ਹਨ। ਜਾਂ ਤੇ ਉਰ ਵਿਚਾਰ ਕਰ ਕਈ ਇਸ ਕਰਕੇ ਅਸੀਂ ਵਿਚਾਰ ਕਰਕੇ ਇਹਨਾਂ ਦਾ ਨਾਮ ਬਾਬਾ ਅਟਲ ਰਾਏ ਜੀ ਰੱਖਿਆ। ਅਨਗਨ ਦਰਬ ਦੀਨ ਗੁਰਦਾਨ ਮਹਾਰਾਜ ਜੀ ਨੇ ਬੇਅੰਤ ਮਾਇਆ ਦੇ ਗੱਫੇ ਦਾਨ ਕੀਤੇ। ਪਾਏ ਕਰੇ ਨਰ ਸੁਜਸ ਬਖਾਨ ਜਿਹਨੂੰ ਵੀ ਦਾਨ ਮਿਲਦਾ ਉਹ ਸਤਿਗੁਰਾਂ ਦਾ ਸੁਜਸ ਕਰਦਾ। ਸ਼੍ਰੀ ਗੁਰੂ ਰਾਮਦਾਸ ਕੋ ਪੋਤਾ ਧੰਨ ਗੁਰੂ ਰਾਮਦਾਸ ਸਾਹਿਬ ਦੇ ਪੋਤਰੇ ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ। ਦੀਨ ਦੁਨੀ ਥੰਬ ਭਾਰ ਖਲੋਤਾ ਦੀਨ ਤੇ ਦੁਨੀਆ ਦਾ ਥੰਮ ਨੇ ਭਾਰ ਸਹਾਰਨ ਵਾਲੇ ਹਨ। ਦੀਤ ਕਾਮਨਾ ਜਗ ਮੈਂ ਸੁਖ ਕੀ ਸਾਰੇ ਜਗਤ ਦੇ ਜੀਵਾਂ ਨੂੰ ਸੁਖ ਦੀਆਂ ਕਾਮਨਾਵਾਂ ਦੇਣ ਵਾਲੇ ਨੇ। ਮੂਲ ਉਖਾਰੇ ਬਿਖਮ ਸੋ ਦੁਖ ਕੀ ਔਰ ਜਿਹੜੇ ਔਖੇ ਭਿਆਨਕ ਦੁੱਖ ਨੇ ਉਹਨਾਂ ਨੂੰ ਜੜੋਂ ਪੁੱਟ ਦੇਣ ਵਾਲੇ ਨੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ। ਪਰਉਪਕਾਰੀ ਜੋਦਾ ਬਲੀ ਪਰਉਪਕਾਰੀ ਨੇ ਵੱਡੇ ਯੋਧੇ ਨੇ ਬਲੀ ਹਨ। ਸਿੱਖਨ ਕੋ ਬਖਸ਼ਤ ਗਤ ਭਲੀ ਆਪਣਿਆਂ ਸਿੱਖਾਂ ਨੂੰ ਮੁਕਤੀ ਦੇਣ ਵਾਲੇ ਹਨ। ਦਿਨ ਪ੍ਰਤ ਅਧਿਕ ਬਖਸ਼ ਦੇ ਜੋਨ ਦਿਨ ਪ੍ਰਤੀ ਦਿਨ ਅਦਕ ਮਾਇਆ ਮਹਾਰਾਜ ਜੀ ਆਪਣਿਆਂ ਸੇਵਕਾਂ ਦਾਸਾਂ ਨੂੰ ਬੇਅੰਤ ਖੁਸ਼ੀਆਂ ਬਖਸ਼ਦੇ ਨੇ। ਸੁਰਪਤ ਬਪੁਰਾ ਆਗੇ ਕੌਣ ਕਹਿੰਦੇ ਕੌਣ ਹੈ ਇੰਦਰ ਦੇਵਤਾ ਜਿਹੜਾ ਸਤਿਗੁਰੂ ਜੀ ਦੀ ਬਰਾਬਰੀ ਕਰ ਸਕੇ। ਜਿਸ ਕੋ ਨਾਮ ਲਿਏ ਜਮ ਤਿਆਗੇ ਆਹਾ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਲਿਆ ਜਮ ਛੱਡ ਕੇ ਭੱਜ ਜਾਂਦੇ ਹਨ। ਦਰਸ਼ਨ ਤੇ ਕਲ ਮਲਗਨ ਭਾਗੇ ਤੇ ਜਦੋਂ ਦਰਸ਼ਨ ਕਰੀਏ ਤੇ ਦਰਸ਼ਨ ਕਰਦਿਆਂ ਪਾਪ ਨਸ ਜਾਂਦੇ ਹਨ। ਰਾਜ ਜੋਗ ਵਰਤੇ ਜਗ ਮਾਈ ਰਾਜਾ ਜੋਗੀ ਬਣ ਕੇ ਸਤਿਗੁਰੂ ਜਗਤ ਵਿੱਚ ਵਰਤਦੇ ਨੇ। ਇੱਕ ਰਸ ਪ੍ਰਤੀ ਉਥਤ ਕਬ ਨਾਈ ਇੱਕ ਰਸ ਬਿਰਤੀ ਵਿੱਚ ਮਹਾਰਾਜ ਜੀ ਟਿਕੇ ਰਹਿੰਦੇ ਹਨ ਜਿੱਥੋਂ ਕਦੇ ਵੀ ਉਪਰਤੀ ਨਹੀਂ ਹੁੰਦੀ। ਇਮ ਸਤਗੁਰ ਕੈ ਭਾ ਪਰਵਾਰ ਇਦਾਂ ਸਤਿਗੁਰਾਂ ਦਾ ਪਰਿਵਾਰ ਵਧਿਆ। ਉਪਜੀ ਏਕ ਸੁਤਾ ਸੁਤ ਚਾਰ ਇੱਕ ਪੁੱਤਰੀ ਤੇ 4 ਪੁੱਤਰ ਜਨਮ ਲੈ ਚੁੱਕੇ ਹਨ। ਸਾਹਿਬ ਜਾਦੇ ਰੂਪ ਸਰੂਰਾ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਬੜਾ ਹੀ ਸੋਹਣਾ ਸਵਰੂਪ ਹੈ। ਜਿਸ ਤੇ ਭਵਨ ਲਗੇ ਜਨ ਪੂਰਾ ਜਿਹਦੇ ਨਾਲ ਮਹਾਰਾਜ ਜੀ ਦਾ ਸਾਰਾ ਘਰ ਭਰਿਆ ਭਰਿਆ ਪ੍ਰਤੀਤ ਹੁੰਦਾ ਹੈ। ਲੇ ਪੋਤਰਨ ਕੋ ਗੰਗ ਦੁਲਾਰੇ ਮਾਤਾ ਜੀ ਆਪਣੇ ਪੋਤਰਿਆਂ ਨੂੰ ਗੋਦ 'ਚ ਲੈ ਕੇ ਦੁਲਾਰਦੇ। ਭੂਖਨ ਵਸਤਰ ਅਨਿਕ ਤਨ ਤਾਰੇ ਬੜੇ ਸੋਹਣੇ ਗਹਿਣੇ ਵਸਤਰ ਬਣਾ ਬਣਾ ਕੇ ਪਾਉਂਦੇ। ਖਾਨ ਪਾਨ ਦੇ ਆਪਣੇ ਹੱਥ ਆਪਣੇ ਹੱਥੀਂ ਮਾਤਾ ਜੀ ਖਾਨ ਪਾਨ ਦਾ ਪ੍ਰਬੰਧ ਕਰਦੇ। ਭਾਰਤ ਪੋਤਰਨ ਪ੍ਰੀਤੀ ਸਾਥ ਬੜੇ ਪ੍ਰੇਮ ਨਾਲ ਆਪਣੇ ਪੋਤਰਿਆਂ ਨੂੰ ਪਾਲਦੇ ਨੇ। ਹੀਰ ਹੀਰ ਹਰਖੇ ਗੁਰਬੰਸ ਗੁਰੂ ਬੰਸ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦੇ। ਸੋਡੀ ਕੁਲ ਕੇ ਜਨ ਅਵਤੰਸ਼ ਕਹਿੰਦੇ ਮਾਨੋ ਸੋਢੀਆਂ ਦੀ ਕੁਲ ਦੇ ਅਵਤੰਸ਼ ਨੇ ਗਹਿਣੇ ਨੇ ਮਹਾਰਾਜ ਜੀ ਦੇ ਸਾਹਿਬਜ਼ਾਦੇ। ਅਨਿਕ ਦਾਸ ਸੇਵਾ ਮੇ ਰਹੀ ਬਹੁਤ ਸਾਰੇ ਦਾਸ ਸੇਵਾ 'ਚ ਹਾਜ਼ਰ ਰਹਿੰਦੇ ਹਨ। ਅੰਕ ਰਖੇ ਵੈ ਰੰਤਰ ਚਾਹੀ ਕੋਈ ਗੋਦ 'ਚ ਰੱਖਦੇ ਜਦੋਂ ਬਾਹਰ ਜਾਂਦੇ ਨੇ ਬਾਹਰ ਨਾਲ ਨਾਲ ਸੇਵਾਦਾਰ ਹਾਜ਼ਰ ਰਹਿੰਦੇ। ਇਮ ਸਤਗੁਰ ਕੇ ਸਦਨੀ ਆਨੰਦ ਇਦਾਂ ਸਤਿਗੁਰਾਂ ਦੇ ਘਰ ਵਿੱਚ ਆਨੰਦ ਹੀ ਆਨੰਦ ਵਰਤ ਰਿਹਾ ਹੈ। ਦਿਨ ਪ੍ਰਤੀ ਓਵਤ ਬ੍ਰਿੰਦ ਬਿਲੰਦ ਦਿਨ ਪ੍ਰਤੀ ਦਿਨ ਬਿਲੰਦ ਆਨੰਦ ਵੱਧ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਦੀ ਸੋਭਾ ਜਿੰਨੇ ਵਰਣਨ ਕਰ ਲਈ ਉਤਨੀ ਥੋੜੀ। ਬਹੁਤੇ ਉਪਮਾ ਥੋਰ ਕਹੀ। ਉਪਮਾ ਬੇਅੰਤ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ। ਉਪਮਾ ਜਾਤ ਨਾ ਕਹੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਅਛੁਤ ਹੈ ਪਾਰ ਬ੍ਰਹਮ हे पूरन है सर्ब मैं हे संगी है निरंकार हे गोविंद है गुण निधान हे अपरंपर हर हरे हे संतः कै सदा संग हे ठाकुर हो दासरो निर्गुण गुण नहीं कोई नानक दीजै नाम दान राखो ये परो पाए प्रभ शरणागति कृपा निध दयाल एक अखर हर मन बस्त नानक होते निहाल वाहिगुरु नाम जहाज है जड़े सो तेरे पार जो शरदा कर सेवंदे गुर पारी उतारन हार वाहिगुरु नाम जहाज है जड़े सो तेरे पार जो शरदा कर सेवंदे गुर पारी उतारन हार वाहिगुरु जी का खालसा वाहिगुरु जी की फतेह।